ਮੇਲ ਲੈਹੁ ਦਇਆਲ, ਟਹਿ ਪਏ ਦੁਆਰਿਆ। ਰਖ ਲੇਵਹੁ ਦੀਨ ਦਇਆਲ, ਭਰਮਤ ਬਹੁ ਹਾਰਿਆ। ਭਗਤ ਵਸ਼ਲ ਤੇਰਾ ਬਿਰਦ, ਹਰ ਪਤਤ ਉਧਾਰਿਆ। ਤੁਝ ਬਿਨ ਨਾਹੀ ਕੋਇ, ਬਿਨੋ ਮੋਹਿ ਸਾਰਿਆ। ਕਰ ਗਹਿ ਲਿਹੁ ਦਇਆਲ, ਸਾਗਰ ਸੰਸਾਰਿਆ। ਹਮ ਮੈਲੇ ਤੁਮ ਊਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਨੀਕੋ ਠਾਕੁਰ ਦੇਸਾ, ਤੁਮ ਸਭ ਸਾਜੇ ਸਾਜ ਨਿਵਾਜੇ। ਜੀਉ ਪਿੰਡ ਦੇ ਪ੍ਰਾਨਾ, ਨਿਰਗੁਣਿਆਰੇ ਗੁਣ ਨਹੀਂ ਕੋਈ। ਤੁਮ ਦਾਨ ਦੇਹੋ ਮਿਹਰਬਾਨਾ, ਤੁਮ ਨਿਧਾਨ ਅਟਲ ਸੁਲਤਾਨ। ਜੀ ਜੰਤ ਸਭ ਜਾਚੈ, ਕਹੋ ਨਾਨਕ ਹਮ ਇਹ ਹਵਾਲਾ। ਰਾਗ ਸੰਤਨ ਕੈ ਪਾਛੈ, ਹਉ ਅਪਰਾਧੀ ਗੁਨਹਗਾਰ। ਹਉ ਬੇਮੁਖ ਮੰਦਾ, ਚੋਰ ਯਾਰ ਜੁਆਰ। ਹਉ ਭਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ। ਠਗ ਦੇਸ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ। ਅਹੰਕਾਰ ਕਰੰਦਾ, ਵਿਸਾਸ ਘਾਤੀ ਅਕਿਰਤ ਘਣ। ਮੈਂ ਕੋ ਨ ਰਖੰਦਾ, ਸਿਮਰ ਮੁਰੀਦਾ ਢਾਡੀਆ। ਸਤਿਗੁਰ ਬਖਸ਼ੰਦਾ, ਕਹਾ ਬੁੱਧ ਪ੍ਰਭ ਤੁਸ਼ ਹਮਾਰੀ। ਬਰਨਸ ਕੈ ਮਹਿਮਾ ਜੋ ਤਿਹਾਰੀ, ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਉਚਰਹਿ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਜਾ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਜਾ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭੁਜੰਗ ਪੁਰਿਆਤ ਛੰਦ, ਚਤਰ ਚੱਕਰ ਕਰਤਾ। ਚਤਰ ਚੱਕਰ ਹਰਤਾ, ਚਤਰ ਚੱਕਰ ਦਾਨੇ। ਚਤਰ ਚੱਕਰ ਜਾਨੇ, ਭੁਜੰਗ ਪੁਰਿਆਤ ਛੰਦ। ਚਤਰ ਚੱਕਰ ਕਰਤਾ, ਚਤਰ ਚੱਕਰ ਹਰਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਔਰ ਨਿਵਾਜੀ, ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ। ਆਪ ਜੀ ਵਡਭਾਗੇ ਹੋ, ਜੋ ਸਤਿਗੁਰਾਂ ਦੇ ਹਜ਼ੂਰੀ ਵਿੱਚ ਬਹਿ ਕੇ ਸਤਿਗੁਰਾਂ ਦੀ ਗੋਦ ਦਾ ਨਿੱਘ ਮਾਣ ਰਹੇ ਹੋ, ਆਨੰਦ ਮਾਣ ਰਹੇ ਹੋ। ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਨੇ, ਆਸਾ ਦੀ ਵਾਰ ਦੇ ਕੀਰਤਨ ਹੋਏ ਨੇ। ਸੋ ਆਓ ਹੁਣ ਸਤਿਗੁਰਾਂ ਦੀ ਕਿਰਪਾ ਸਦਕਾ ਜੋ ਜਾਪ ਸਾਹਿਬ ਦੀ ਬਾਣੀ ਦੀ ਕਥਾ ਪ੍ਰਾਰੰਭ ਸਤਿਗੁਰਾਂ ਨੇ ਆਪ ਹੀ ਮਿਹਰ ਕਰਕੇ ਕਰਵਾਈ ਹੈ, ਉਹ ਸਰਵਣ ਕਰਨਾ ਕਰੀਏ। ਸਤਿਗੁਰੂ ਜੀ ਆਪ ਹੀ ਕਿਰਪਾ ਕਰਕੇ ਸੰਪੂਰਨਤਾਈ ਬਖਸ਼ਣ।
ਕਿਉਂਕਿ ਅਗਾਧ ਬੋਧ ਬਾਣੀ ਹੈ, ਬੜੀ ਮਹਿੰਗੀ ਬਾਣੀ ਹੈ। ਅਨੇਕਾਂ ਵਾਰ ਨਮਸਕਾਰਾਂ ਅਕਾਲ ਪੁਰਖ ਨੂੰ ਕੀਤੀਆਂ ਨੇ। ਸਤਿਗੁਰਾਂ ਦੀ ਬਾਣੀ ਦਾ ਕੋਈ ਅੰਤ ਨਹੀਂ ਪਾ ਸਕਦਾ। ਅਰਥਾਂ ਦੀ ਸੋਝੀ ਨਹੀਂ ਹੈ। ਕੇਵਲ ਗੁਰੂ ਮਹਾਰਾਜ ਜੇ ਕਿਰਪਾ ਕਰਨ, ਕਿਰਪਾ ਦਾ ਹੱਥ ਰੱਖਣ ਤਾਂ ਉਹੀ ਸੋਝੀ ਪਾ ਸਕਦੇ ਨੇ। ਜਿਵੇਂ ਆਪਾਂ ਨੇ ਪਿਛਲੀ ਕਥਾ ਵਿੱਚ ਸਰਵਣ ਕੀਤਾ ਸੀ ਕਿ ਉਹ ਅਲੱਖ ਹੈ, ਉਸ ਨੂੰ ਲਖਿਆ ਨਹੀਂ ਜਾ ਸਕਦਾ, ਉਸ ਨੂੰ ਜਾਣਿਆ ਨਹੀਂ ਜਾ ਸਕਦਾ ਪਰਮਾਤਮਾ ਨੂੰ। ਪਰ ਜਿਹਨੂੰ ਪਰਮਾਤਮਾ ਜਣਾ ਦੇਣ ਉਹ ਉਸ ਨੂੰ ਜਾਣ ਲੈਂਦੇ ਨੇ, ਜਿਹਨੂੰ ਪਰਮਾਤਮਾ ਆਪ ਜਣਾ ਦੇਣ। ਇਸੇ ਤਰ੍ਹਾਂ ਅਸੀਂ ਵੀ ਬੇਨਤੀ ਕਰੀਏ, ਸਾਡੀ ਬੇਨਤੀ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਕਿ ਸੱਚੇ ਪਾਤਸ਼ਾਹ ਜੀਓ, ਆਪ ਹੀ ਤੁਸੀਂ ਕਿਰਪਾ ਕਰਕੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਅਗਾਧ ਬੋਧ ਬਾਣੀ ਦੀ ਕਥਾ ਕਰਵਾ ਲਵੋ। ਆਓ ਹੁਣ ਸਰਵਣ ਕਰਨਾ ਕਰੀਏ। ਵਾਹਿਗੁਰੂ ਸਾਹਿਬ ਜੀਓ। ਭੁਜੰਗ ਪ੍ਰਿਆਤ ਛੰਦ। ਭੁਜੰਗ ਪ੍ਰਿਆਤ ਛੰਦ। ਭੁਜੰਗ ਕਹਿੰਦੇ ਨੇ ਸੱਪ ਨੂੰ, ਪ੍ਰਿਆਤ ਕਹਿੰਦੇ ਨੇ ਚਾਲ ਨੂੰ। ਇਹ ਸੱਪ ਦੀ ਚਾਲ ਦਾ ਜੋ ਛੰਦ ਹੈ। ਚਤਰ ਚੱਕਰ ਕਰਤਾ। ਚਤਰ ਕਹਿੰਦੇ ਨੇ ਚਾਰ ਨੂੰ। ਕਈ ਇਸ ਦਾ ਉਚਾਰਨ ਚਤਰ ਕਰੀ ਜਾਂਦੇ ਨੇ, ਚਤਰ ਨਹੀਂ। ਇੱਥੇ ਮਹਾਰਾਜ ਨੇ ਅੱਧਕ ਲਾਈ ਹੈ ਚੱਤਰ। ਇਹ ਥੋੜ੍ਹਾ ਭਾਰਾ ਬੋਲਣਾ ਹੈ। ਚਤਰ ਚੱਕਰ ਕਰਤਾ। ਕਈ ਚੱਕਰ ਬੋਲੀ ਜਾਂਦੇ ਨੇ। ਇਹ ਚੱਚੇ 'ਤੇ ਅੱਧਕ ਲੱਗੀ ਹੈ ਚੱਕਰ। ਚਤਰ ਚੱਕਰ ਕਰਤਾ ਜੋ ਪਰਮਾਤਮਾ ਹੈ। ਚਤਰ ਕਹਿੰਦੇ ਨੇ ਚਾਰ ਨੂੰ। ਉਹ ਪਰਮਾਤਮਾ ਚਾਰੇ ਤੱਤਾਂ ਰੂਪ ਚੱਕਰਾਂ ਨੂੰ ਕਰਨ ਵਾਲਾ ਹੈ। ਜਿਵੇਂ ਪੌਣ, ਪਾਣੀ, ਧਰਤੀ, ਆਕਾਸ਼, ਇਹਨਾਂ ਚਾਰਾਂ ਤੱਤਾਂ ਤੋਂ ਸ੍ਰਿਸ਼ਟੀ ਮੰਨੀ ਹੈ। ਪਰਮਾਤਮਾ ਇਹਨਾਂ ਤੱਤਾਂ ਨੂੰ ਕਰਨ ਵਾਲਾ ਹੈ। ਇਹਨਾਂ ਨੂੰ ਪਰਮਾਤਮਾ ਰਚਣ ਵਾਲਾ ਹੈ। ਜੋ ਚਾਰੇ ਖਾਣੀਆਂ ਨੇ, ਅੰਡਜ, ਜੇਰਜ, ਸੇਤਜ, ਉਤਭੁਜ, ਉਹਨਾਂ ਨੂੰ ਵੀ ਪਰਮਾਤਮਾ ਕਰਨ ਵਾਲਾ ਹੈ, ਰਚਣ ਵਾਲਾ ਹੈ। ਐਸੇ ਪਰਮਾਤਮਾ ਨੂੰ ਨਮਸਕਾਰ ਹੈ। ਚਤਰ ਚੱਕਰ ਹਰਤਾ। ਚਤਰ ਚੱਕਰ ਕਰਤਾ। ਜਿਹੜੇ ਚਾਰੇ ਦਿਸ਼ਾਵਾਂ ਨੇ, ਉੱਤਰ ਦੱਖਣ, ਇਹਨਾਂ ਨੂੰ ਵੀ ਪਰਮਾਤਮਾ ਕਰਨ ਵਾਲਾ ਹੈ। ਚਤਰ ਚੱਕਰ ਹਰਤਾ। ਅਤੇ ਚਾਰੇ ਹੀ ਦਿਸ਼ਾਵਾਂ ਰੂਪ ਜੋ ਚੱਕਰ ਨੇ, ਜੋ ਉੱਤਰ, ਦੱਖਣ, ਪੂਰਬ, ਪੱਛਮ ਆਦਿ, ਇਹਨਾਂ ਨੂੰ ਵੀ ਪਰਮਾਤਮਾ ਹਰਤਾ। ਹਰਤਾ ਕਹਿੰਦੇ ਨੇ ਨਾਸ਼ ਕਰਨ ਵਾਲਾ। ਇਹਨਾਂ ਨੂੰ ਨਾਸ਼ ਕਰਨ ਵਾਲਾ ਹੈ। ਅਤੇ ਚਤਰ ਚੱਕਰ ਹਰਤਾ। ਖੱਤਰੀ, ਬ੍ਰਾਹਮਣ, ਚੋਹਾਂ ਨੂੰ ਵੀ ਪਰਮਾਤਮਾ ਹਰਨ ਵਾਲਾ ਹੈ। ਚਤਰ ਚੱਕਰ ਦਾਨੇ। ਚਤਰ ਚੱਕਰ ਦਾਨੇ। ਚਾਰੇ ਜੋ ਅੰਤঃਕਰਨ ਰੂਪ ਚੱਕਰ ਨੇ, ਉਹਨਾਂ ਦਾ ਪਰਮਾਤਮਾ ਗਿਆਤਾ ਹੈ। ਹੁਣ ਅੰਤঃਕਰਨ ਦੇ ਚੱਕਰ ਕਿਹੜੇ ਨੇ? ਮਨ, ਬੁੱਧ, ਚਿੱਤ ਅਤੇ ਹੰਕਾਰ। ਇਹਨਾਂ ਦਾ ਵੀ ਪਰਮਾਤਮਾ ਗਿਆਤਾ ਹੈ। ਭਾਵ ਕਿ ਸਾਰਿਆਂ ਦੇ ਮਨਾਂ ਦੀ ਪਰਮਾਤਮਾ ਜਾਣਦਾ ਹੈ। ਬੁੱਧੀ ਬਾਰੇ, ਚਿੱਤ ਬਾਰੇ ਜਾਣਦਾ ਹੈ। ਹੰਕਾਰ ਬਾਰੇ ਪਰਮਾਤਮਾ ਜਾਣਦਾ ਹੈ, ਗਿਆਤਾ ਹੈ। ਅਤੇ ਚੋਹਾਂ ਜੋ ਖਾਣੀਆਂ ਨੇ, ਅੰਡਜ, ਜੇਰਜ, ਸੇਤਜ, ਉਤਭੁਜ, ਇਹਨਾਂ ਚਾਰੇ ਖਾਣੀਆਂ ਨੂੰ ਪਰਮਾਤਮਾ ਦਾਨ ਦੇਣ ਵਾਲਾ ਹੈ। ਸੱਚੇ ਪਾਤਸ਼ਾਹ ਜੀ ਆਪ ਜੀ ਗਿਆਨ ਸਰੂਪ ਹੋ। ਆਪ ਜੀ ਨੂੰ ਨਮਸਕਾਰ ਹੈ। ਚਤਰ ਚੱਕਰ ਜਾਣੇ। ਚਾਰੇ ਖਾਣੀਆਂ ਨੂੰ ਜਾਣਨ ਵਾਲੇ ਹੋ। ਅੰਡਜ, ਜੇਰਜ, ਸੇਤਜ, ਉਤਭੁਜ, ਇਹਨਾਂ ਚਾਰੇ ਖਾਣੀਆਂ ਨੂੰ ਆਪ ਜੀ ਜਾਣਨ ਵਾਲੇ ਹੋ। ਜੋ ਚਾਰੇ ਆਸ਼ਰਮ ਨੇ, ਬ੍ਰਹਮਚਾਰੀ, ਗ੍ਰਸਤੀ ਆਸ਼ਰਮ, ਵਾਨਪ੍ਰਸਤੀ, ਸੰਨਿਆਸੀ, ਇਹਨਾਂ ਦੇ ਜਾਣਨੇ ਯੋਗ ਹੋ। ਭਾਵ ਕਿ ਇਹਨਾਂ ਵਿੱਚ ਆਪ ਜਾਣੇ ਗਏ ਹੋ। ਆਪ ਜੀ ਨੂੰ ਨਮਸਕਾਰ ਹੈ। ਚਤਰ ਚੱਕਰ ਵਰਤੀ। ਚਾਰੇ ਯੁੱਗਾਂ ਵਿੱਚ ਆਪ ਜੀ ਵਰਤਦੇ ਹੋ। ਜੋ ਚਾਰੇ ਅੰਤঃਕਰਨ ਹੈ, ਉਹਨਾਂ ਵਿੱਚ ਵੀ ਆਪ ਜੀ ਵਰਤਦੇ ਹੋ। ਮਨ, ਬੁੱਧ, ਚਿੱਤ, ਹੰਕਾਰ। ਹੁਣ ਸਾਰਿਆਂ ਦੇ ਅੰਦਰ ਵੀ ਪਰਮਾਤਮਾ ਵਰਤਦਾ ਹੈ। ਸਾਰਿਆਂ ਦੇ ਅੰਦਰ ਪਰਮਾਤਮਾ ਹੈ।
ਪਰ ਜਿਵੇਂ ਪਹਿਲੇ ਸਰਵਣ ਕੀਤਾ ਸੀ ਨਾ, ਗੁਰਬਾਣੀ ਦਾ ਫੁਰਮਾਨ ਹੈ, ਤੂੰ ਹਿਰਦੈ ਗੁਪਤ ਵਸਹਿ ਦਿਨ ਰਾਤੀ, ਤੇਰਾ ਭਾਉ ਨਾ ਬੁਝੈ ਗੁਵਾਰੀ। ਜਿਹਨੂੰ ਗਿਆਨ ਨਹੀਂ ਹੋਇਆ, ਜਿਹਨੇ ਭਗਤੀ ਨਹੀਂ ਕੀਤੀ, ਉਹਨੂੰ ਫਿਰ ਪ੍ਰਗਟ ਨਹੀਂ ਹੋ ਸਕਦਾ। ਹੈ ਤਾਂ ਸਾਰਿਆਂ ਵਿੱਚ ਪਰ ਪ੍ਰਗਟ ਨਹੀਂ ਹੈ। ਜਿਨ੍ਹਾਂ ਨੇ ਪ੍ਰਗਟ ਕਰ ਲਿਆ ਉਹ ਫਿਰ ਜਾਣ ਲੈਂਦੇ ਨੇ। ਇਸੇ ਤਰ੍ਹਾਂ ਹੈ ਪ੍ਰਮਾਤਮਾ ਸੱਚੇ ਪਾਤਸ਼ਾਹ ਜੀਓ, ਆਪ ਜੀ ਸਾਰੇ ਜੋ ਚਾਰੇ ਅੰਤਹਿਕਰਨ ਹੈ, ਇਹਨਾਂ ਵਿੱਚ ਵੀ ਆਪ ਜੀ ਵਰਤਦੇ ਹੋ। ਚਤਰ ਚੱਕਰ ਭਰਤੀ, ਚਤਰ ਚੱਕਰ ਭਰਤੀ, ਜੋ ਚਾਰੇ ਵੇਦ ਨੇ ਇਹਨਾਂ ਵਿੱਚ ਵੀ ਆਪ ਗਿਆਨ ਭਰਨ ਵਾਲੇ ਹੋ। ਆਪ ਜੀ ਤੋਂ ਬਿਨਾਂ ਇਹ ਚਾਰੇ ਵੇਦ ਕਿਵੇਂ ਕਿਸੇ ਨੂੰ ਗਿਆਨ ਦੇ ਸਕਦੇ ਨੇ? ਇਹਨਾਂ ਵਿੱਚ ਜੋ ਗਿਆਨ ਹੈ ਉਹ ਵੀ ਤੁਸੀਂ ਭਰਿਆ ਹੈ। ਜਿਹੜੇ ਉੱਤਮ, ਮੱਧਮ, ਕਨਿਸ਼ਟ, ਅਦਮ ਨੇ ਉਹਨਾਂ ਦੀ ਵੀ ਪੂਰਤੀ ਕਰਨ ਵਾਲੇ ਹੋ ਆਪ ਜੀ। ਉੱਤਮ ਅਧਿਕਾਰੀ ਜਿਹੜੇ ਮਨ ਤਾਈਂ ਉਪਦੇਸ਼ ਦਿੰਦੇ ਨੇ। ਮੱਧਮ ਉਹ ਹੁੰਦੇ ਨੇ ਜਿਹੜੇ ਕਿਸੇ ਹੋਰ ਨੂੰ ਉਪਦੇਸ਼ ਦਿੰਦੇ ਨੇ। ਕਨਿਸ਼ਟ ਅਧਿਕਾਰੀ ਉਹ ਹੁੰਦੇ ਨੇ ਜਿਹੜੇ ਕਿਸੇ ਨੂੰ ਝਿੜਕ ਕੇ ਉਪਦੇਸ਼ ਦਿੰਦੇ ਨੇ। ਜਿਵੇਂ ਕ੍ਰਿਸ਼ਨ ਜੀ ਨੇ ਉਪਦੇਸ਼ ਦਿੱਤਾ, ਹੇ ਅਰਜਨ ਐਸੇ ਕਰ, ਝਿੜਕ ਕੇ ਉਪਦੇਸ਼ ਦੇਣਾ। ਸੱਚੇ ਪਾਤਸ਼ਾਹ ਜੀ ਉਹ ਸਾਰਿਆਂ ਦੀ ਅਦਮ, ਸਾਰਿਆਂ ਦੀ ਪੂਰਤੀ ਕਰਨ ਵਾਲੇ ਆਪ ਜੀ ਹੋ। ਚਤਰ ਚੱਕਰ ਪਾਲੇ, ਸਾਰਿਆਂ ਦੀ ਪਾਲਣਾ ਕਰਨ ਵਾਲੇ। ਚਾਰੇ ਜੋ ਵਰਨ ਨੇ, ਖੱਤਰੀ, ਬ੍ਰਾਹਮਣ ਆਦਿਕ ਵਰਨ ਨੇ, ਇਹਨਾਂ ਦੀ ਵੀ ਪਾਲਣਾ ਕਰਨ ਵਾਲੇ ਆਪ ਹੋ ਸੱਚੇ ਪਾਤਸ਼ਾਹ ਜੀ। ਜਿਹੜੇ ਚਾਰ ਸਾਧਨ ਨੇ ਉਹਨਾਂ ਦੀ ਵੀ ਪਾਲਣਾ ਕਰਦੇ ਹੋ। ਚਾਰ ਸਾਧਨ ਕਿਹੜੇ ਨੇ? ਵਿਰਾਗ, ਵਿਵੇਕ, ਖਟ, ਸੰਮਤੀ ਅਤੇ ਮੋਖ ਇੱਛਾ। ਵਿਰਾਗ ਸੰਸਾਰ ਵੱਲੋਂ, ਵਿਸ਼ੇ ਵਿਕਾਰਾਂ ਵੱਲੋਂ ਉਪਰਾਮਤਾਈ ਧਾਰ ਲੈਣੀ, ਉਹਨੂੰ ਵਿਰਾਗ ਕਹਿੰਦੇ ਨੇ। ਵਿਵੇਕ ਦਾ ਅਰਥ ਹੈ ਗਿਆਨ ਹੋ ਜਾਣਾ। ਖਟ ਸੰਮਤੀ, ਸਮਦਮ ਸਰਦਾ ਤੀਸਰੀ, ਸਮਾਧਾਨ ਉਪਰਾਮ, ਖਟੀ ਤਤੀਸ਼ਾ ਜਾਣੀਐ, ਭਿੰਨ ਭਿੰਨ ਯਹ ਨਾਮ। ਸਮ ਮਨ ਦੇ ਫੁਰਨਿਆਂ ਨੂੰ ਰੋਕਣਾ, ਦਮ ਇੰਦਰੀਆਂ ਦਾ ਦਮਨ ਕਰਨਾ, ਸ਼ਰਧਾ ਅਕਾਲ ਪੁਰਖ ਵਿੱਚ ਸ਼ਰਧਾ ਰੱਖਣੀ, ਬਾਣੀ ਨਾਲ ਸ਼ਰਧਾ ਰੱਖਣੀ। ਸਮਦਮ ਸਰਦਾ ਤੀਸਰੀ, ਸਮਾਧਾਨ ਉਪਰਾਮ, ਸੰਮਕ ਬਿਰਤੀ ਰੱਖਣੀ, ਦੁੱਖ ਸੁੱਖ ਵਿੱਚ, ਹਰਖ ਸੋਗ ਵਿੱਚ ਇੱਕ ਰਸ ਰਹਿਣਾ। ਵਿਸ਼ਿਆਂ ਵੱਲੋਂ ਉਪਰਾਮਤਾਈ ਧਾਰਨੀ, ਪਰਾਇਆ ਰੂਪ ਦੇਖ ਕੇ ਗਿਲਾਨੀ ਕਰਨੀ, ਭਾਵ ਕੇ ਖਿੱਚੇ ਨਹੀਂ ਜਾਣਾ। ਉਪਰਾਮਤਾਈ ਧਾਰਨੀ, ਖਟੀ ਤਤੀਸ਼ਾ ਜਾਣ, ਭੁੱਖ ਤੇ ਹਰਖ ਸੋਗ ਇੱਕ ਸਮ ਜਾਣਨੀਆਂ ਨੇ। ਇੰਦਰੀਆਂ ਦਾ ਦਮਨ ਕਰਨਾ ਹੈ, ਸ਼ਰਧਾ ਰੱਖਣੀ ਹੈ, ਇਹਨਾਂ ਨੂੰ ਖਟ ਸੰਮਤੀ ਕਹਿੰਦੇ ਨੇ। ਅਤੇ ਮੋਖ ਇੱਛਾ, ਮੁਕਤੀ ਦੀ ਇੱਛਾ ਹੋਣੀ। ਸੱਚੇ ਪਾਤਸ਼ਾਹ ਜੀਓ ਇਹਨਾਂ ਚਾਰੇ ਸਾਧਨਾਂ ਨੂੰ ਵੀ ਪਾਲਣ ਵਾਲੇ ਆਪ ਜੀ ਹੋ। ਬ੍ਰਹਮਾ, ਵਿਸ਼ਨੂੰ, ਸ਼ਿਵ ਜੀ, ਇੰਦਰ, ਇਹਨਾਂ ਚਾਰਾਂ ਦੀ ਵੀ ਆਪ ਜੀ ਪਾਲਣਾ ਕਰਦੇ ਹੋ। ਚਤਰ ਚੱਕਰ ਕਾਲੇ, ਚਾਰੇ ਆਸ਼ਰਮਾਂ ਦਾ ਕਾਲ ਕਰਨ ਵਾਲੇ ਹੋ। ਖੱਤਰੀ, ਬ੍ਰਾਹਮਣ ਆਦਿਕਾਂ ਨੂੰ ਨਾਸ਼ ਕਰਨ ਵਾਲੇ ਹੋ। ਜਿਹੜੇ ਗ੍ਰਸਤੀ, ਬਾਨਪ੍ਰਸਤੀ, ਬ੍ਰਹਮਚਾਰੀ ਨੇ, ਸੰਨਿਆਸੀ ਨੇ, ਇਹਨਾਂ ਨੂੰ ਵੀ ਆਪ ਜੀ ਨਾਸ਼ ਕਰਨ ਵਾਲੇ ਹੋ, ਕਾਲ ਕਰਨ ਵਾਲੇ ਹੋ। ਚੌਹਾਂ ਚੱਕਾਂ ਦੇ ਯੁੱਗਾਂ ਦਾ ਆਪ ਜੀ ਕਾਲ ਕਰਨ ਵਾਲੇ ਹੋ। ਚਤਰ ਚੱਕਰ ਪਾਸੇ, ਚੱਕਰ ਵਿਊਹ ਨੂੰ ਵੀ ਕਹਿੰਦੇ ਨੇ। ਜਿਵੇਂ ਕੌਰਵਾਂ ਨੇ ਵਿਊਹ ਰਚਿਆ ਸੀ ਨਾ, ਪਾਂਡਵਾਂ ਨੂੰ ਹਰਾਉਣ ਵਾਸਤੇ ਵਿਊਹ ਰਚਿਆ ਸੀ, ਅਤੇ ਅਭਿਮਨਿਊ ਉਹ ਵਿਊਹ ਨੂੰ ਤੋੜ ਕੇ ਵਿੱਚ ਦਾਖਲ ਹੋ ਗਿਆ ਸੀ, ਪਰ ਉਸ ਨੂੰ ਨਿਕਲਣ ਦਾ ਰਸਤਾ ਨਹੀਂ ਸੀ ਪਤਾ। ਸੱਚੇ ਪਾਤਸ਼ਾਹ ਜੀ ਉਹ ਵਿਊਹ ਬਣਾਉਣ ਵਾਲੇ ਵੀ ਆਪ ਹੋ। ਚਤਰ ਚੱਕਰ ਪਾਸੇ, ਜਿਹੜੇ ਚਾਰੇ ਅੰਤਹਿਕਰਨ ਦੇ ਦੇਵਤੇ ਨੇ। ਮਨ ਦਾ ਦੇਵਤਾ ਚੰਦਰਮਾ, ਬੁੱਧੀ ਦਾ ਬ੍ਰਹਮਾ, ਚਿੱਤ ਦਾ ਵਾਸਦੇਵ ਅਤੇ ਅਹੰਕਾਰ ਦਾ ਰੁਦਰ। ਹੇ ਸੱਚੇ ਪਾਤਸ਼ਾਹ ਜੀਓ, ਜੋ ਸ਼ਰਵਣ, ਮੰਨਣ, ਨਿਧਿਆਸਣ ਅਤੇ ਤਤ ਤਵੰਗ ਦਾ ਸੋਧਨ ਹੈ, ਇਹਨਾਂ ਸਾਧਨਾ ਵਾਲਿਆਂ ਦੇ ਆਪ ਜੀ ਪਾਸ ਹੋ। ਹੁਣ ਤਤ ਤਵੰਗ ਦਾ ਸੋਧਨ ਕਿਹਨੂੰ ਕਹਿੰਦੇ ਨੇ? ਪਹਿਲੇ ਤੇ ਸ਼ਰਵਣ, ਜਿਵੇਂ ਜਪਜੀ ਸਾਹਿਬ ਵਿੱਚ ਪਹਿਲੇ 4 ਪੌੜੀਆਂ ਸਰਵਣ ਕਰਨ ਦੀਆਂ ਆਈਆਂ ਨੇ ਕਿ ਪਹਿਲੇ ਸੁਣਨਾ ਹੈ, ਗੁਰਬਾਣੀ ਸੁਣਨੀ ਹੈ। ਉਸ ਤੋਂ ਬਾਅਦ ਮੰਨਣ,
ਫਿਰ ਮੰਨਣਾ ਕਰਨਾ ਹੈ। ਫਿਰ ਨਿਧਿਆਸਣ, ਸੁਣਿਆ ਮੰਨਿਆ ਮਨ ਕੀਤਾ ਭਾਉ। ਫਿਰ ਮੰਨ ਕੇ ਨਿਧਿਆਸਣ ਕਰਨਾ ਹੈ, ਕਮਾਈ ਕਰਨੀ ਹੈ। ਉਸ ਤੋਂ ਬਾਅਦ ਤਤ ਤਵੰਗ ਦਾ ਸੋਧਨ। ਹੁਣ ਤਤ ਤਵੰਗ ਦਾ ਸੋਧਨ ਕੀ ਹੈ? ਭਾਵ ਕਿ ਜੀਵ ਈਸ ਦੀ ਏਕਤਾ ਜਨਾਉਣੀ। ਜੋ ਜੀਵ ਵਿੱਚ ਖਟ ਉਰਮੀਆਂ ਨੇ, ਜਿਵੇਂ ਭੁੱਖ ਤ੍ਰੇਹ ਲੱਗਣੀ, ਜੰਮਣ ਮਰਨਾ, ਹਰਖ ਸੋਗ, ਅਤੇ ਈਸ਼ਰ ਵਿੱਚ ਜੋ ਖਟ ਗੁਣ ਨੇ, ਉਤਪਤ ਲੈਤਾ ਪਾਲਣਾ, ਅੰਤਰਜਾਮੀ ਜਾਨ। ਇਹ ਜੀਵ ਜੋ ਈਸ਼ਰ ਹੈ ਉਸ ਵਿੱਚ ਖਟ ਗੁਣ ਨੇ, 6 ਲੱਖਣ ਨੇ, 6 ਗੁਣ ਨੇ। ਜੀਵਾਂ ਦੀ ਉਤਪਤੀ ਕਰਨੀ, ਲੈਤਾ ਕਰਨੀ, ਪਾਲਣਾ ਕਰਨੀ। ਉਹ ਅੰਤਰਜਾਮੀ ਹੈ, ਜੀਵਾਂ ਦੀ ਗਤਾ ਗਤੀ ਕਰਨੀ। ਜਦੋਂ ਇਹ ਭੇਦ ਦੋਨਾਂ ਵਿੱਚੋਂ ਮਿਟ ਜਾਂਦਾ ਹੈ, ਜੀਵ ਦੀ ਅਲਪਗਤਾ ਅਤੇ ਈਸ਼ਰ ਦੀ ਸਰਬਗਤਾ ਮਿਟ ਜਾਂਦੀ ਹੈ, ਉਹਨੂੰ ਕਹਿੰਦੇ ਨੇ ਤਤ ਤਵੰਗ ਦਾ ਸੋਧਨ। ਜੋ ਇਹ ਸਾਧਨ ਕਰਦੇ ਨੇ ਸੱਚੇ ਪਾਤਸ਼ਾਹ ਜੀ, ਉਹ ਆਪ ਜੀ ਉਹਨਾਂ ਦੇ ਪਾਸ ਹੋ। ਜਿਹੜੇ 4 ਚੱਕ ਨੇ, ਚਾਰੇ ਦਿਸ਼ਾਵਾਂ ਨੇ, ਇਹਨਾਂ ਤੋਂ ਆਪ ਜੀ ਪਾਸੇ ਹੋ। ਪਾਣੀ, ਅਗਨੀ, ਹਵਾ, ਧਰਤੀ ਚੱਕਾਂ ਤੋਂ ਆਪ ਜੀ ਪਾਸੇ ਹੋ। ਚਤਰ ਚੱਕਰ ਵਾਸੇ। ਜੋ ਚਾਰੇ ਉਪਦਿਸ਼ਾ ਨੇ, ਇੱਕ ਹੁੰਦੀ ਹੈ ਦਿਸ਼ਾ, ਇੱਕ ਹੁੰਦੀ ਹੈ ਉਪਦਿਸ਼ਾ। ਜਿਵੇਂ ਪਹਿਲੇ ਕੋਈ ਪ੍ਰਧਾਨ ਮੰਤਰੀ ਹੁੰਦਾ ਹੈ, ਉਸਦੇ ਨੀਚੇ ਕੋਈ ਹੋਰ ਹੁੰਦਾ ਹੈ, ਜਿਹਨੂੰ ਆਪਾਂ ਉਪ ਪ੍ਰਧਾਨ ਮੰਤਰੀ ਜਾਂ ਇੱਦਾਂ ਕੁਛ ਵੀ ਕਹਿ ਦਿੰਦੇ ਹਾਂ। ਪਹਿਲੇ ਵੱਡਾ ਅਫਸਰ, ਫਿਰ ਉਸ ਤੋਂ ਛੋਟਾ। ਜੋ 4 ਉਪਦਿਸ਼ਾਵਾਂ ਨੇ, ਪਹਿਲੇ ਦਿਸ਼ਾ ਅਤੇ ਦਿਸ਼ਾ ਦੀਆਂ ਉਪਦਿਸ਼ਾਵਾਂ, ਜਿਹਨੂੰ ਵਿਸ਼ਾ ਵੀ ਕਹਿੰਦੇ ਨੇ। ਚਾਰੇ ਉਪਦਿਸ਼ਾਵਾਂ ਵਿੱਚ ਪਰਮਾਤਮਾ ਆਪ ਜੀ ਵਸਦੇ ਹੋ। ਇਹ 4 ਉਪਦਿਸ਼ਾਵਾਂ ਕਿਹੜੀਆਂ ਨੇ? ਨੈਰਤ, ਵੈਬ, ਅਗਨ ਅਤੇ ਈਸ਼ਾਨ। ਇਹਨਾਂ ਚਾਰੇ ਉਪਦਿਸ਼ਾਵਾਂ ਵਿੱਚ ਆਪ ਜੀ ਵਸਦੇ ਹੋ, ਵਸਣ ਵਾਲੇ ਹੋ। ਸਾਮ, ਰਿਗ, ਅਥਰਵਣ, ਜੁਜਰ ਵੇਦ, ਜੋ ਚਾਰੇ ਵੇਦ ਕਹਿੰਦੇ ਹਨ, ਕਿਉਂਕਿ ਸਾਮ ਵੇਦ ਨੂੰ ਬ੍ਰਾਹਮਣ ਮੰਨਦੇ ਹਨ। ਸਤਿਯੁਗ ਦਾ ਹੰਸਾ ਅਵਤਾਰ ਹੋਇਆ ਹੈ। ਇਹ ਚਿੱਟੇ ਕੱਪੜੇ ਪਾ ਕੇ ਸਾਮ ਵੇਦ ਨੂੰ ਪੜ੍ਹਦੇ ਹਨ। ਅਤੇ ਰਿਗ ਵੇਦ ਛਤਰੀਆਂ ਦਾ ਹੈ, ਜੋ ਰਾਮ ਨੂੰ ਮੰਨਦੇ ਹਨ। ਇਹ ਲਾਲ ਵਸਤਰ ਪਾ ਕੇ ਇਸ ਵੇਦ ਨੂੰ ਪੜ੍ਹਦੇ ਹਨ, ਰਿਗ ਵੇਦ ਨੂੰ। ਜੁਜਰ ਵੇਦ ਵਾਲੇ ਕ੍ਰਿਸ਼ਨ ਨੂੰ ਮੰਨਦੇ ਹਨ ਅਤੇ ਖੱਟੇ ਲੀੜੇ ਪਾ ਕੇ, ਵਸਤਰ ਪਾ ਕੇ ਪੜ੍ਹਦੇ ਹਨ। ਹੁਣ ਤੁਸੀਂ ਦੇਖਿਓ, ਜਿਹੜੇ ਕ੍ਰਿਸ਼ਨ ਜੀ ਨੂੰ ਮੰਨਦੇ ਹਨ, ਉਹਨਾਂ ਦੇ ਵਸਤਰ ਤਕਰੀਬਨ ਖੱਟੇ ਰੰਗ ਦੇ ਹੁੰਦੇ ਨੇ। ਅਤੇ ਅਥਰਵਣ ਜੋ ਕਲਯੁੱਗ ਵਿੱਚ ਕਲਕੀ ਦੇ ਕਾਲੇ ਵਸਤਰ ਹੋਣਗੇ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀਓ ਚਤਰ ਚੱਕਰ ਵਾਸੇ, ਆਪ ਜੀ ਚਾਰੇ ਉਪਦਿਸ਼ਾਵਾਂ ਵਿੱਚ ਵਸਣ ਵਾਲੇ ਹੋ। ਇਹਨਾਂ ਵਿੱਚ ਆਪ ਜੀ ਚਾਰੇ ਵੇਦਾਂ ਵਿੱਚ ਵੀ ਵਸਣ ਵਾਲੇ ਹੋ। ਚਤਰ ਚੱਕਰ ਮਾਨਿਆ। ਚਤਰ ਚੱਕਰ ਮਾਨਿਆ। ਚਾਰੇ ਉੱਤਮ, ਮੱਧਮ, ਕਨਿਸ਼ਟ, ਪਾਮਰ ਇਹਨਾਂ ਵਿੱਚ ਮੰਨਦੇ ਹਨ। ਅਤੇ ਚਾਰੇ ਯੁੱਗਾਂ ਦੇ ਅਵਤਾਰ ਵਿੱਚ ਤੂੰ ਮੰਨਿਆ ਗਿਆ ਹੈ। ਜਿਹੜੇ ਚੌਹਾਂ ਚੱਕਾਂ ਦੇ ਜੀਵ ਨੇ, ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ, ਸੀਆ, ਸੁਨੀ, ਰਾਫਜੀ, ਇਮਾ, ਸਾਫੀ, ਇਹ ਵੀ ਮੰਨਦੇ ਹਨ। ਤੈਨੂੰ ਸਾਰੇ ਮੰਨਦੇ ਹਨ, ਤੂੰ ਮੰਨਿਆ ਗਿਆ ਹੈ। ਚਤਰ ਚੱਕਰ ਦਾਨੈ। ਚਤਰ ਚੱਕਰ ਦਾਨਿਆ। ਚਾਰੇ ਅਵਸਥਾਵਾਂ ਵਿੱਚ ਜਾਗਰਤ, ਸੁਪਨ, ਸੁਖੋਪਤ, ਤੁਰੀਆ, ਇਹਨਾਂ ਅਵਸਥਾ ਦੇ ਆਪ ਜੀ ਗਿਆਤਾ ਹੋ। ਦਾਨ ਦੇਣ ਵਾਲੇ ਹੋ, ਜੋ ਤੁਰੀਆ ਪਦ ਰੂਪ ਚੱਕਰ ਵਿੱਚ ਰਹਿੰਦੇ ਹਨ। ਚਾਚਰੀ ਛੰਦ। ਚਾਚਰੀ ਛੰਦ। ਇਹ ਹੁਣ ਚਾਚਰੀ ਛੰਦ ਅੱਗੇ ਲਿਖਦੇ ਨੇ, ਜੋ ਕਿਰਪਾ ਰੂਪੀ ਕਿਰਪਾਨ ਨਾਲ ਜੋ ਕੱਟਣ ਵਾਲਾ ਹੈ, ਜੋ ਬਿਜਲੀ ਜਾਂ ਜਿਵੇਂ ਹੋਲੀ ਖੇਡੀ ਦੀ ਹੈ, ਇਹ ਚੰਚਲ ਛੰਦ ਦੀ ਚਾਲ ਹੈ। ਚਾਚਰੀ ਛੰਦ ਅੱਗੇ ਵਰਣਨ ਕਰਦੇ ਹਨ। ਨਾ ਸਤਰੈ। ਨਾ ਸਤਰੈ। ਹੁਣ ਆਪਣੇ ਤਾਂ ਸ਼ਤਰੂ ਬਥੇਰੇ ਹੁੰਦੇ ਨੇ, ਆਪਣੇ ਵੈਰੀ ਤਾਂ ਬਥੇਰੇ ਹੁੰਦੇ ਨੇ, ਦੁਸ਼ਮਣ ਬਥੇਰੇ ਹੁੰਦੇ ਨੇ। ਜੇ ਕਿਸੇ ਨੇ ਗਾਲ ਕੱਢ ਦਿੱਤੀ ਤਾਂ ਮਿੰਟ ਵਿੱਚ ਸ਼ਤਰੂ ਬਣ ਗਿਆ। ਜੇ ਕਿਸੇ ਨੇ ਕਿਸੇ ਦਾ ਕੰਮ ਨਹੀਂ ਨਾ ਪੂਰਾ ਕੀਤਾ
ਤਾਂ ਵੈਰ ਕਰਨਾ ਸ਼ੁਰੂ ਕਰ ਦਿੰਦੇ ਨੇ, ਈਰਖਾ ਕਰਨੀ ਸ਼ੁਰੂ ਕਰ ਦਿੰਦੇ ਨੇ। ਪਰ ਸੱਚੇ ਪਾਤਸ਼ਾਹ ਨਾ ਸਤਰੈ, ਹੇ ਪਰਮੇਸ਼ਰ ਤੇਰੇ ਨਾਲ ਦੁਸ਼ਮਣੀ ਕਰਨ ਵਾਲਾ ਕੋਈ ਨਹੀਂ ਹੈ। ਜਿਵੇਂ ਕਹਿੰਦੇ ਬਾਬਾ ਆਦਮ ਨੂੰ ਕਿਸੇ ਨੇ ਸ਼ੈਤਾਨੀ ਨਾਲ ਕਣਕ ਦਾ ਦਾਣਾ ਖਵਾ ਦਿੱਤਾ, ਕਿਉਂਕਿ ਜਿਹੜੇ ਸਵਰਗ ਵਿੱਚ ਰਹਿੰਦੇ ਨੇ ਨਾ, ਇਹ ਬਾਬਾ ਆਦਮ ਭਿਸ਼ਟ ਵਿੱਚ ਰਹਿੰਦਾ ਸੀ ਅਤੇ ਸਵਰਗ ਵਿੱਚ ਉਹ ਸਿਰਫ ਸੁਗੰਧੀਆਂ ਲੈ ਕੇ ਹੀ ਰੱਜਦੇ ਨੇ, ਸੁਗੰਧੀਆਂ ਹੀ ਲੈਂਦੇ ਨੇ, ਕੋਈ ਅੰਨ ਪਾਣੀ ਨਹੀਂ ਛਕਦੇ। ਜੇ ਕੋਈ ਛਕ ਲੈਣ ਫਿਰ ਉਹਨੂੰ ਨੀਚੇ ਡੇਗ ਦਿੰਦੇ ਨੇ। ਇਹ ਬਾਬਾ ਆਦਮ ਭਿਸ਼ਟ ਵਿੱਚ ਰਹਿੰਦਾ ਸੀ ਅਤੇ ਕਿਸੇ ਨੇ ਸ਼ੈਤਾਨੀ ਕੀਤੀ, ਸ਼ੈਤਾਨ ਨੇ ਕਣਕ ਦਾ ਦਾਣਾ ਖਵਾ ਦਿੱਤਾ ਅਤੇ ਦੇਹ ਅਧਿਆਸ ਫੁਰਿਆ, ਕਿਉਂਕਿ ਕਣਕ ਦਾ ਦਾਣਾ ਖਾਧਾ ਅਤੇ ਵਿਸ਼ਟਾ ਬਣ ਗਈ ਅਤੇ ਖੁਦਾ ਦੇ ਆਉਣ ਤੋਂ ਓਹਲੇ ਹੋ ਗਏ। ਤਦੋਂ ਅਦਨ ਟਾਪੂ ਵਿੱਚ ਇਹਨਾਂ ਨੂੰ ਡੇਗ ਦਿੱਤਾ ਅਤੇ ਸੋਟੀ ਉੱਥੋਂ ਨਾਲ ਲੈ ਆਇਆ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀਓ, ਤੁਹਾਡੇ ਨਾਲ ਕੋਈ ਸ਼ੈਤਾਨੀ ਨਹੀਂ ਕਰ ਸਕਦਾ, ਤੁਹਾਡੇ ਨਾਲ ਕੋਈ ਚਤਰਾਈ ਨਹੀਂ ਕਰ ਸਕਦਾ, ਇਸੇ ਤਰ੍ਹਾਂ ਤੁਹਾਨੂੰ ਕੋਈ ਡੇਗ ਨਹੀਂ ਸਕਦਾ। ਡੇਗੂਗਾ ਉਹ, ਗਿਰਾਊਂਗਾ ਤੁਹਾਨੂੰ ਉਹ ਜਿਹੜਾ ਆਪ ਜੀ ਦਾ ਸ਼ਤਰੂ ਹੋਵੇ, ਦੁਸ਼ਮਣ ਹੋਵੇ, ਪਰ ਆਪ ਜੀ ਦਾ ਕੋਈ ਸ਼ਤਰੂ ਹੈ ਹੀ ਨਹੀਂ। ਆਪ ਜੀ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ, ਆਪ ਜੀ ਨਿਰਵੈਰ ਹੋ, ਆਪ ਜੀ ਦਾ ਕਿਸੇ ਨਾਲ ਵੈਰ ਨਹੀਂ ਹੈ। ਜਿਹੜੇ ਆਪ ਜੀ ਨੂੰ ਜਪਦੇ ਨੇ ਉਹਨਾਂ ਨੂੰ ਵੀ ਆਪ ਜੀ ਨਿਰਵੈਰ ਬਣਾ ਦਿੰਦੇ ਹੋ, ਨਿਰਵੈਰ ਕਰ ਦਿੰਦੇ ਹੋ। ਜਿਵੇਂ ਨਾਰਦ ਦੀ ਸਾਖੀ ਆਉਂਦੀ ਹੈ ਨਾ, ਉਹ ਕਹਿੰਦਾ ਜੀ ਮੈਂ ਕਾਮ ਨੂੰ ਜਿੱਤ ਲਿਆ ਅਤੇ ਆਪਣੇ ਪਿਤਾ ਬ੍ਰਹਮਾ ਕੋਲ ਗਿਆ ਅਤੇ ਜਾ ਕੇ ਬ੍ਰਹਮਾ ਨੂੰ ਕਹਿੰਦਾ, ਪਿਤਾ ਜੀ ਮੈਂ ਕਾਮ ਨੂੰ ਜਿੱਤਾ ਆ। ਉਹ ਬ੍ਰਹਮਾ ਕਹਿੰਦਾ, ਨਾ ਨਾ ਪੁੱਤਰ ਦੱਸੀ ਨਾ ਕਿਸੇ ਨੂੰ, ਇੱਦਾਂ ਨਾ ਕਰੀ, ਦੱਸੀ ਨਾ। ਕਹਿੰਦੇ ਮੇਰਾ ਪਿਤਾ ਹੋ ਕੇ ਇਹ ਮੈਨੂੰ ਸਹਾਰਦਾ ਨਹੀਂ ਹੈ, ਮੈਂ ਕਾਮ ਨੂੰ ਜਿੱਤ ਲਿਆ, ਮੇਰੀ ਪ੍ਰਸ਼ੰਸਾ ਨਹੀਂ ਕਰਦਾ ਇਹ। ਸ਼ਿਵ ਜੀ ਕੋਲ ਗਿਆ, ਕਹਿੰਦਾ ਜੀ ਮੈਂ ਕਾਮ ਨੂੰ ਜਿੱਤ ਲਿਆ, ਉਹ ਵੀ ਚੁੱਪ ਰਿਹਾ। ਅਤੇ ਜਦੋਂ ਵਿਸ਼ਨੂੰ ਨੂੰ ਕੋਲ ਗਿਆ, ਕਹਿੰਦਾ ਜੀ ਮੈਂ ਕਾਮ ਨੂੰ ਜਿੱਤ ਲਿਆ। ਕਹਿੰਦਾ ਵਾਹ ਜੀ ਵਾਹ, ਤੈਂ ਕਾਮ ਨੂੰ ਜਿੱਤ ਲਿਆ? ਕਹਿੰਦਾ ਹਾਂਜੀ। ਕਹਿੰਦਾ ਜਿਹਨੂੰ ਕੋਈ ਜਿੱਤ ਨਹੀਂ ਸਕਿਆ ਤਾਂ ਕਾਮ ਨੂੰ ਜਿੱਤ ਲਿਆ। ਫਿਰ ਵਿਸ਼ਨੂੰ ਨੇ ਪਰਖ ਪਾਈ, ਇੱਕ ਆਪ ਹੀ ਸਵੰਬਰ ਜਾ ਰਚ ਦਿੱਤਾ ਅਤੇ ਸਵੰਬਰ ਰਚਿਆ ਅਤੇ ਆਪਣੀ ਘਰ ਵਾਲੀ ਲక్ష్ਮੀ ਨੂੰ ਅਤੇ ਰਾਜਕੁਮਾਰੀ ਬਣਾ ਦਿੱਤਾ। ਅਤੇ ਨਾਰਦ ਨੂੰ ਜਦ ਪਤਾ ਲੱਗਿਆ ਲక్ష్ਮੀ ਦਾ ਹੁਣ ਰਾਜਕੁਮਾਰੀ ਬਣੀ ਹੈ, ਸੋਹਣਾ ਸਰੂਪ ਦੇਖ ਕੇ ਲੁਭਾਇਮਾਨ ਹੋ ਗਿਆ, ਖਿੱਚਿਆ ਗਿਆ, ਕਾਮ ਦਾ ਫੁਰਨਾ ਪੈਦਾ ਹੋ ਗਿਆ ਮਨ ਵਿੱਚ। ਅਤੇ ਹੁਣ ਇਹ ਮੁਨੀ ਸੀ, ਨਾਰਦ ਮੁਨੀ ਸੀ, ਜਦੋਂ ਇਹਨਾਂ ਮੱਥੇ ਦੀ ਰੇਖਾ ਪੜ੍ਹੀ, ਕਹਿੰਦੇ ਵੀ ਇਹਦਾ ਪਤੀ ਤਾਂ ਤ੍ਰਿਲੋਕੀ ਦਾ ਨਾਥ ਹੋਵੇਗਾ, ਮਾਲਕ ਹੋਵੇਗਾ। ਹੁਣ ਤ੍ਰਿਲੋਕੀ ਦਾ ਨਾਥ ਦਾ ਵਿਸ਼ਨੂੰ ਹੈ ਹੀ, ਕਿਉਂਕਿ ਉਹਦੇ ਘਰ ਵਾਲੀ ਲక్ష్ਮੀ ਹੈ। ਹੁਣ ਵਿਸ਼ਨੂੰ ਅੱਗੇ, ਪਰਮਾਤਮਾ ਅੱਗੇ ਅਰਦਾਸਾਂ ਕਰਦਾ ਵਿਸ਼ਨੂੰ ਨੂੰ, ਕਦੇ ਮੈਨੂੰ ਆਪਣੇ ਵਰਗਾ ਰੂਪ ਦੇ ਦੇ, ਹੇ ਹਰੀ ਮੈਨੂੰ ਆਪਣਾ ਰੂਪ ਦੇ ਦੇ, ਕਿਉਂਕਿ ਸੁੰਦਰ ਸਰੂਪ ਸੀ ਨਾ ਵਿਸ਼ਨੂੰ ਦਾ। ਹੇ ਹਰੀ ਮੈਨੂੰ ਆਪਣਾ ਰੂਪ ਦੇ ਦੇ। ਹੁਣ ਮਹਾਂਪੁਰਖਾਂ ਨੇ ਹਰ ਸ਼ਬਦ ਦੇ 52 ਅਰਥ ਕੀਤੇ ਨੇ, ਹਰ ਨਾਮ ਬਾਂਦਰ ਦਾ ਵੀ ਹੁੰਦਾ ਹੈ। ਹੁਣ ਵਿਸ਼ਨੂੰ ਨੇ ਮਸ਼ਕਰੀ ਕੀਤੀ ਅਤੇ ਬਾਂਦਰ ਦਾ ਮੂੰਹ ਲਾ ਦਿੱਤਾ ਅਤੇ ਕਾਮ ਦਾ ਸਤਾਇਆ ਹੋਇਆ ਜੋ ਲక్ష్ਮੀ ਰਾਜਕੁਮਾਰੀ ਬਣੀ ਸੀ ਉਹਦੇ ਪਿੱਛੇ ਪਿੱਛੇ ਭੱਜੇ, ਜਾਣ ਕੇ ਆਪਣਾ ਮੂੰਹ ਦਿਖਾਉਣ ਨੂੰ ਉਹਦੇ ਅੱਗੇ ਅੱਗੇ ਆਵੇ। ਕਦੀ ਬਾਂਦਰ ਮੂੰਹਾਂ ਦਾ ਕੀ ਕਰੀ ਜਾਂਦਾ ਹੈ। ਹੁਣ ਬਾਂਦਰ ਦਾ ਮੂੰਹ ਲੱਗਿਆ, ਜਦੋਂ ਇਹਨਾਂ ਪਾਣੀ ਵਿੱਚ ਆਪਣਾ ਮੂੰਹ ਦੇਖਿਆ ਉਦੋਂ ਹੀ ਭਗਵਾਨ ਨੂੰ ਸ਼ਰਾਪ ਦੇ ਦਿੱਤਾ ਕਿ ਤੇਰੀ ਸਹਾਇਤਾ ਬਾਂਦਰ ਕਰਨਗੇ। ਤਾਂ ਜਦੋਂ ਸੀਤਾ ਦਾ ਰਾਮਚੰਦਰ ਨਾਲੋਂ ਵਿਛੋੜਾ ਪਿਆ, ਰਾਵਣ ਲੈ ਗਿਆ ਸੀ ਸੀਤਾ ਨੂੰ, ਸੀਤਾ ਲੈ ਗਿਆ ਦਹਿਸਿਰੋ, ਤਾਂ ਫਿਰ ਰਾਮਚੰਦਰ ਦੀ ਸਹਾਇਤਾ ਬਾਨਰਾਂ ਨੇ ਕੀਤੀ ਸੀ। ਇਸੇ ਤਰ੍ਹਾਂ ਹੈ ਸੱਚੇ ਪਾਤਸ਼ਾਹ ਜੀ, ਆਪ ਜੀ ਦਾ ਕੋਈ ਸ਼ਤਰੂ ਨਹੀਂ ਹੈ, ਆਪ ਜੀ ਨੂੰ ਕੋਈ ਸ਼ਰਾਪ ਦੇਣ ਵਾਲਾ ਨਹੀਂ ਹੈ। ਜਿਵੇਂ ਨਾਰਦ ਨੇ ਸ਼ਰਾਪ ਦਿੱਤਾ ਸੀ ਵਿਸ਼ਨੂੰ ਨੂੰ, ਆਪ ਜੀ ਨੂੰ ਕੋਈ ਸ਼ਰਾਪ ਨਹੀਂ ਦੇ ਸਕਦਾ।
ਆਪ ਜੀ ਇਹਨਾਂ ਤੋਂ ਰਹਿਤ ਹੋ। ਆਪ ਜੀ ਨੂੰ ਨਮਸਕਾਰ ਹੈ। ਨਾ ਮਿੱਤਰੈ ਜ਼ਿਆਦਾ ਮਿੱਤਰਤਾ ਹੀ ਨਹੀਂ ਕਿਸੇ ਨਾਲ। ਆਪ ਜੀ ਸਾਰਿਆਂ ਨੂੰ ਬਰਾਬਰ ਜਾਣਦੇ ਹੋ। ਜਿਵੇਂ ਆਪਾਂ ਕਹਿ ਦਿੰਦੇ ਹਾਂ ਫਲਾਣਾ ਮੇਰਾ ਖਾਸ ਮਿੱਤਰ ਹੈ, ਵੀ ਦੂਜੇ ਨਾਲ ਤਾਂ ਮੇਰੀ ਬਹੁਤੀ ਬਣਦੀ ਨਹੀਂ, ਉਹ ਮੇਰਾ ਖਾਸ ਮਿੱਤਰ ਹੈ। ਆਪ ਜੀ ਲਈ ਸਾਰੇ ਸਮਾਨ ਹਨ। ਆਪ ਜੀ ਦਾ ਕੋਈ ਜ਼ਿਆਦਾ ਮਿੱਤਰਤਾ ਹੀ ਕਿਸੇ ਨਾਲ ਹੈ ਨਹੀਂ, ਕੋਈ ਖਾਸ ਨਹੀਂ ਹੈ। ਪਰ ਬ੍ਰਹਮ ਗਿਆਨੀ ਕੈ ਮਿੱਤਰ ਸੱਤਰ ਸਮਾਨ। ਜਿਹੜੇ ਆਪ ਜੀ ਦਾ ਨਾਮ ਜਪਦੇ ਨੇ ਬ੍ਰਹਮ ਗਿਆਨੀ, ਉਹਨਾਂ ਦੀ ਵੀ ਇੱਦਾਂ ਦੀ ਬਿਰਤੀ ਬਣ ਜਾਂਦੀ ਹੈ। ਉਹਨਾਂ ਨੂੰ ਵੀ ਮਿੱਤਰ ਅਤੇ ਸ਼ਤਰੂ ਵੈਰੀ ਉਹ ਵੀ ਇੱਕ ਬਰਾਬਰ ਉਹਨਾਂ ਨੂੰ ਲੱਗਦੇ ਨੇ, ਉਹ ਜਾਣਦੇ ਨੇ ਇੱਕ ਬਰਾਬਰ। ਆਪ ਜੀ ਕਿਸੇ ਨਾਲ ਕ੍ਰੋਧ ਨਹੀਂ, ਕਿਸੇ ਨਾਲ ਮੋਹ ਨਹੀਂ ਕਰਦੇ। ਜਿਵੇਂ ਰਾਮ ਚੰਦਰ ਨੇ ਸੁਗਰੀਵ ਨੂੰ ਪਿਆਰ ਕਰਕੇ ਬਾਲੀ ਨੂੰ ਮਾਰਿਆ ਸੀ ਨਾ, ਫਿਰ ਭੋਗੇ ਬਿਨ ਭਾਗਿਆ ਨਹੀਂ ਕਰਮਗਤੀ ਬਲਵਾਨ। ਫਿਰ ਬਾਲੀ ਨੇ ਹੇੜੀ ਕਹਿੰਦੇ ਨੇ ਸ਼ਿਕਾਰੀ ਨੂੰ, ਸ਼ਿਕਾਰੀ ਰੂਪ ਵਿੱਚ ਫਿਰ ਜੋ ਪ੍ਰਭਾਸ ਖੇਤਰ ਹੈ ਉੱਥੇ ਜਦੋਂ ਕ੍ਰਿਸ਼ਨ ਜੀ ਜਦੋਂ ਗੋਡੇ 'ਤੇ ਆਪਣਾ ਪੈਰ ਰੱਖ ਕੇ ਜਦੋਂ ਬੈਠੇ ਸੀ ਪਏ ਸੀ ਤਾਂ ਕ੍ਰਿਸ਼ਨ ਜੀ ਦੇ ਪੈਰ ਵਿੱਚ ਪਦਮ ਸੀ ਜੋ ਚਮਕ ਰਿਹਾ ਸੀ। ਜਦੋਂ ਸ਼ਿਕਾਰੀ ਨੇ ਉਹ ਤੀਰ ਚਲਾਇਆ ਉਹ ਸਿੱਧਾ ਪੈਰ ਵਿੱਚ ਜਾ ਕੇ ਵੱਜਿਆ ਅਤੇ ਕ੍ਰਿਸ਼ਨ ਇਹ ਦੁਆਪਰ ਵਿੱਚ ਫਿਰ ਮਾਰਿਆ ਸੀ ਉਸ ਸ਼ਿਕਾਰੀ ਨੇ। ਐਸੇ ਤਰ੍ਹਾਂ ਆਪ ਜੀ ਕਿਸੇ ਨਾਲ ਕ੍ਰੋਧ ਵੀ ਨਹੀਂ ਕਰਦੇ, ਵੈਰ ਵੀ ਨਹੀਂ ਕਰਦੇ, ਨਾ ਹੀ ਕਿਸੇ ਨਾਲ ਆਪ ਜੀ ਪਿਆਰ ਕਰਦੇ ਹੋ। ਸਾਰੇ ਆਪ ਜੀ ਸਾਰੇ ਸਮਾਨ ਹੈ ਆਪ ਜੀ ਲਈ। ਆਪ ਜੀ ਦਾ ਨਾ ਕੋਈ ਮਿੱਤਰ ਹੈ, ਨਾ ਕੋਈ ਸ਼ਤਰੂ ਹੈ। ਇਸ ਲਈ ਹੈ ਅਕਾਲ ਪੁਰਖ ਆਪ ਜੀ ਨੂੰ ਨਮਸਕਾਰ ਹੈ। ਨਾ ਭਰਮੰ ਨਾ ਭਰਮੰ, ਨਾ ਹੀ ਆਪ ਜੀ ਨੂੰ ਕੋਈ ਭਰਮ ਹੈ। ਜਿਵੇਂ ਜਨਕ ਰਾਜ ਨੂੰ ਭਰਮ ਹੋ ਗਿਆ ਸੀ ਨਾ, ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ। ਜਦੋਂ ਸੁਪਨਾ ਆਇਆ ਤਖਤ 'ਤੇ ਬੈਠੇ ਨੂੰ ਕਿ ਮੈਂ ਭਿਖਾਰੀ ਬਣ ਗਿਆ ਤਾਂ ਬੜਾ ਹੜਬੜਾ ਕੇ ਉੱਠਿਆ। ਤਾਂ ਵਿਦਵਾਨਾਂ ਦੀ ਸਭਾ 'ਚ ਪੁੱਛਣ ਲੱਗਿਆ ਇਹ ਸੱਚਾ ਕਿ ਉਹ ਸੱਚਾ। 12 ਸਾਲ ਉਸ ਨੂੰ ਭਰਮ ਰਿਹਾ, ਕਈ 8 ਸਾਲ ਵੀ ਕਹਿੰਦੇ ਨੇ, ਮਹਾਂਪੁਰਖ 8 ਸਾਲ ਕਹਿੰਦੇ ਭਰਮ ਰਿਹਾ। ਉਸ ਤੋਂ ਬਾਅਦ ਅਸ਼ਟਾਵਕਰ ਨੇ ਉਸ ਦਾ ਭਰਮ ਤੋੜਿਆ ਸੀ ਕਿ ਇਹ ਸੱਚਾ ਕਿ ਉਹ ਸੱਚਾ। ਫਿਰ ਅਸ਼ਟਾਵਕਰ ਨੇ ਕਿਹਾ ਸੀ ਜੈਸਾ ਇਹ ਵੈਸਾ ਵੋ, ਕਿ ਜੈਸਾ ਸੁਪਨਾ ਰੈਣ ਕਾ, ਕਿ ਜਿੱਦਾਂ ਰਾਤ ਦਾ ਸੁਪਨਾ ਹੁੰਦਾ ਹੈ ਇਹ ਸੰਸਾਰ ਵੀ ਐਸਾ ਹੀ ਹੈ। ਇਹ ਸੁਪਨੇ ਮਾਤਰ ਹੈ। ਜੋ ਸੁਪਨਾ ਅਰ ਪੇਖਣਾ ਐਸੇ ਜਗ ਕਉ ਜਾਨ। ਇਹ ਸੰਸਾਰ ਵੀ ਐਸਾ ਹੀ ਹੈ। ਫਿਰ ਜਨਕ ਰਾਜ ਨੂੰ ਉਪਦੇਸ਼ ਦਿੱਤਾ ਸੀ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਕੋਈ ਭਰਮ ਨਹੀਂ ਹੈ। ਜਿਹੜੇ 5 ਤਰ੍ਹਾਂ ਦੇ ਭਰਮ ਹੁੰਦੇ ਨੇ, ਭੇਦ ਭਰਮ, ਕਰਤੱਤ ਭਰਮ, ਪੁਨਸੰਗ ਭਰਮ, ਬੇਕਾਰ ਬ੍ਰਹਮ ਇਤਰ ਜਗ, ਸਤ ਭਰਮ, ਪੰਚੋ ਭਰਮ ਸੰਸਾਰ, ਇਹਨਾਂ ਤੋਂ ਆਪ ਜੀ ਰਹਿਤ ਹੋ। ਨਾ ਪਿੱਤਰੈ ਨਾ ਪਿੱਤਰੈ, ਆਪ ਜੀ ਨੂੰ ਕਿਸੇ ਦਾ ਭੈ ਨਹੀਂ ਹੈ। ਭੈ ਦੇ ਭੀਤਰ ਸੰਯੁਕਤ ਨਹੀਂ ਹੋ ਆਪ ਜੀ। ਜਿਵੇਂ ਕਿਸੇ ਨੂੰ ਡਰ ਲੱਗਦਾ ਹੈ ਨਾ, ਡਰ ਲਾ ਕੇ ਹੋਰ ਘਬਰਾ ਜਾਂਦਾ ਹੈ, ਹੋਰ ਡਰ ਜਾਂਦਾ ਹੈ। ਆਪ ਜੀ ਐਸੇ ਨਹੀਂ ਹੋ। ਆਪ ਜੀ ਨੂੰ ਨਾ ਭੈ ਹੈ, ਨਾ ਆਪ ਜੀ ਡਰ ਕਰਕੇ ਘਬਰਾਉਂਦੇ ਹੋ। ਆਪ ਜੀ ਨਾ ਭਿੱਤਰੈ, ਇਹ ਨਹੀਂ ਆ ਨਾ ਆਪ ਜੀ ਨਿਤ ਭਾਵ ਹੈ। ਨਿਤ ਆਪ ਜੀ ਗਿਆਨ ਸਰੂਪ ਹੋ। ਨਾ ਕਰਮੰ ਨਾ ਭਿੱਤਰੈ, ਆਪ ਜੀ ਕਿਸੇ ਦੇ ਗੋਲੇ ਨਹੀਂ ਹੋ। ਆਪ ਜੀ ਕਿਸੇ ਦੇ ਕਾਮੇ ਨਹੀਂ ਹੋ। ਭਿੱਤਰੈ ਪਿੱਛੇ ਆਪਾਂ ਨੇ ਸਰਵਣ ਕੀਤਾ ਸੀ ਨਾ, ਅਭੀਤ ਹੈ। ਭੀਤ ਕਹਿੰਦੇ ਨੇ ਕੰਧ ਨੂੰ, ਭੀਤ ਕਹਿੰਦੇ ਨੇ ਸਰੀਰ ਨੂੰ। ਸੱਚੇ ਪਾਤਸ਼ਾਹ ਜੀ ਆਪ ਜੀ ਦੇਹ ਰੂਪਾ ਕੰਧਾਂ ਤੋਂ ਰਹਿਤ ਹੋ ਅਤਿਸ਼ੈ ਕਰਕੇ। ਨਾ ਕਰਮੰ, ਨਾ ਕੋਈ ਕਰਮ ਹੀ ਹੈ। ਆਪ ਜੀ ਨੂੰ ਕੋਈ ਕਰਮ ਨਹੀਂ ਕਰਨਾ ਪੈਂਦਾ। ਜਿਵੇਂ ਅਕਰਮ ਹੈ, ਆਪ ਜੀ ਅਕਰੇ ਰੂਪ ਹੋ, ਸਗੋਂ ਮਾਇਆ ਤੋਂ ਸਾਰੇ ਕਰਮ ਕਰਾਈ ਜਾਂਦੇ ਹੋ। ਮਾਇਆ ਤੋਂ ਸਭ ਕੁਝ ਕਰਾਈ ਜਾਂਦੇ ਹੋ, ਆਪ ਜੀ ਨੂੰ ਕੁਝ ਕਰਨਾ ਨਹੀਂ ਪੈਂਦਾ।
ਨਾ ਕਰਮੰ। ਹੁਣ ਕਰਮ ਸਰੀਰ ਨਾਲ ਕੀਤੇ ਜਾਂਦੇ ਨੇ, ਆਪ ਜੀ ਦਾ ਕੋਈ ਸਰੀਰ ਨਹੀਂ ਹੈ। ਜੇ ਸਰੀਰ ਹੋਵੇ ਤਾਂ ਕੰਮ ਕਰੇ। ਆਪ ਜੀ ਸਰੀਰਾਂ ਤੋਂ ਰਹਿਤ ਹੋ, ਆਪ ਜੀ ਦਾ ਕੋਈ ਸਰੀਰ ਨਹੀਂ ਹੈ। ਜੋ ਪੰਜ ਗਿਆਨ ਇੰਦਰੀਆਂ ਨੇ, ਉਹਨਾਂ ਦੁਆਰਾ ਵਿਸ਼ੇਕਾਰ ਬਿਰਤੀ ਦਾ ਹੋਣਾ ਆਪ ਜੀ ਦਾ ਰੂਪ ਨਹੀਂ ਹੈ। ਜੋ ਪੰਜ ਗਿਆਨ ਇੰਦਰੀਆਂ ਨੇ, ਕਿਹੜੀਆਂ ਨੇ? ਅੱਖਾਂ ਹੋ ਗਈਆਂ, ਕੰਨ ਹੋ ਗਏ, ਜੀਭ ਨੱਕ ਨਾਲ ਸੁਗੰਧੀ ਲੈਣੀ, ਚਮੜੀ ਹੋ ਗਈ। ਆਪ ਜੀ ਸ਼ਬਦ ਸਪਰਸ਼ ਰਸ ਰੂਪ ਗੰਧ ਤੋਂ ਆਪ ਜੀ ਰਹਿਤ ਹੋ। ਜੋ ਪੰਜ ਗਿਆਨ ਇੰਦਰੀਆਂ ਨੇ, ਇਹਨਾਂ ਦੇ ਦੁਆਰਾ ਵਿਸ਼ੇਕਾਰ ਬਿਰਤੀ ਹੋਣ ਤੋਂ ਆਪ ਜੀ ਰਹਿਤ ਹੋ। ਆਪ ਜੀ ਨੂੰ ਨਮਸਕਾਰ ਹੈ। ਨਾ ਕਾਇ ਨਾ ਕਾਇ, ਨਾ ਕੋਈ ਸਰੀਰ ਹੈ, ਨਾ ਹੀ ਆਪ ਜੀ ਅੱਕਦੇ ਹੋ, ਅੱਕਣ ਤੋਂ ਰਹਿਤ ਹੋ। ਅਜਨਮੰ ਅਜਨਮੰ, ਆਪ ਜੀ ਜਨਮਾਂ ਵਿੱਚ ਨਹੀਂ ਹੋ। ਜੰਮਣ ਤੋਂ ਰਹਿਤ ਹੋ, ਸਥਿਤੀ ਤੋਂ ਰਹਿਤ ਹੋ। ਆਪ ਜੀ ਅਜਾਏ, ਆਪ ਜੀ ਕਿਤੇ ਜਾਣ ਤੋਂ ਰਹਿਤ ਹੋ। ਅਜਨਮੰ ਅਜਾਏ, ਜਾਏ ਜੰਮਣ ਤੋਂ ਆਪ ਜੀ ਰਹਿਤ ਹੋ। ਜਾਏ, ਆਪ ਜੀ ਕਿਤੇ ਜਾਣ ਤੋਂ, ਭਾਵ ਕਿ ਮੌਤ ਆਪ ਨੂੰ ਲੈ ਕੇ ਨਹੀਂ ਜਾਂਦੀ, ਆਪ ਜੀ ਰਹਿਤ ਹੋ। ਜਾਏ ਜਗ੍ਹਾ ਤੋਂ ਰਹਿਤ ਹੋ। ਨਾ ਚਿੱਤਰ ਨਾ ਚਿੱਤਰ ਹੈ, ਚਿੱਤਰਕਾਰੀ ਦਾ ਕੋਈ ਚਿੰਨ੍ਹ ਨਹੀਂ ਹੈ। ਜਿਵੇਂ ਚਿੱਤਰਕਾਰੀ ਕੀਤੀ ਜਾਂਦੀ ਹੈ ਨਾ, ਆਪ ਜੀ ਦੀ ਕੋਈ ਚਿੱਤਰਕਾਰੀ ਦਾ ਆਪ ਜੀ ਦੇ ਕੋਈ ਚਿੰਨ੍ਹ ਨਹੀਂ ਹੈਗਾ। ਕਿਉਂਕਿ ਚਿੱਤਰਕਾਰੀ ਉਸ ਦੀ ਕਰੀਏ ਜਿਸ ਦਾ ਕੋਈ ਸਰੀਰ ਹੋਵੇ। ਸਰੀਰ 'ਤੇ ਚਿੱਤਰਕਾਰੀ ਕੀਤੀ ਜਾਂਦੀ ਹੈ। ਪਰਮਾਤਮਾ ਨੇ ਸਰੀਰ ਕਰਿਆ, ਚਿੱਤਰਕਾਰੀ ਕਰਕੇ ਆਪਣੀ ਅੱਖਾਂ ਬਣਾ ਦਿੱਤੀਆਂ, ਚਿੱਤਰਕਾਰੀ ਕੀਤੀ, ਨੱਕ ਬਣਾ ਦਿੱਤਾ। ਹੁਣ ਜੇ ਪਰਮਾਤਮਾ ਨੱਕ ਨਾ ਬਣਾਉਂਦਾ ਫਿਰ ਕੀ ਹੋਣਾ ਸੀ? ਜੇ ਪਰਮਾਤਮਾ ਬੁੱਲ੍ਹ ਨਾ ਲਗਾਉਂਦਾ, ਮੱਖੀਆਂ ਅੰਦਰ ਵੜੀ ਜਾਣੀਆਂ ਸੀ। ਇਹ ਚਿੱਤਰਕਾਰੀ ਕੀਤੀ ਹੈ ਪਰਮਾਤਮਾ ਨੇ, ਪਰ ਆਪ ਜੀ ਦੀ ਚਿੱਤਰਕਾਰੀ ਨਹੀਂ ਕੋਈ ਕਰ ਸਕਦਾ। ਆਪ ਜੀ ਦਾ ਸਰੀਰ ਹੀ ਨਹੀਂ ਕੋਈ ਹੈ, ਆਪ ਜੀ ਦਾ ਚਿੱਤਰ ਕੌਣ ਬਣਾਵੇ? ਜਿਹਦਾ ਸਰੀਰ ਹੁੰਦਾ ਹੈ, ਉਹ ਸਰੀਰ ਨੂੰ ਦੇਖ ਕੇ ਚਿੱਤਰ ਬਣਾਇਆ ਜਾ ਸਕਦਾ ਹੈ, ਪਰ ਆਪ ਜੀ ਦਾ ਕੋਈ ਸਰੀਰ ਨਹੀਂ ਹੈ ਜਿਸ ਨੂੰ ਦੇਖ ਕੇ ਚਿੱਤਰਕਾਰ ਤੁਹਾਡੀ ਚਿੱਤਰਕਾਰੀ ਕਰੇ। ਆਪ ਜੀ ਦੀ ਤਸਵੀਰ ਨਹੀਂ ਕਲਪੀ ਜਾ ਸਕਦੀ। ਜਿਵੇਂ ਤਿਲਕ ਛਾਪਾ ਆਦਿ ਚਿੰਨ੍ਹ ਹੁੰਦੇ ਨੇ, ਆਪ ਜੀ ਦਾ ਕੋਈ ਚਿੰਨ੍ਹ ਨਹੀਂ ਹੈ। ਨਾ ਮਿੱਤਰ ਨਾ ਮਿੱਤਰੈ, ਸਾਰਿਆਂ ਵਿੱਚ ਸਮਾਨ ਰੂਪ ਹੋ। ਪਰੇ ਹੈ ਸਭ ਤੋਂ ਆਪ ਜੀ ਪਰੇ ਹੋ। ਦੇਹ ਤੋਂ ਪਰੇ ਇੰਦਰ, ਇੰਦਰ ਤੋਂ ਪੁਰਾਣੇ, ਇੰਦਰੇ ਤੋਂ ਪ੍ਰਾਣ, ਪ੍ਰਾਣ ਤੋਂ ਮਨ, ਮਨ ਤੋਂ ਬੁੱਧੀ ਅਤੇ ਬੁੱਧੀ ਤੋਂ ਪ੍ਰਕਿਰਤੀ। ਇਹਨਾਂ ਤੋਂ ਵੀ ਆਪ ਜੀ ਪਰੇ ਹੋ। ਜਿਵੇਂ ਇੰਦਰੀਆ ਭਇਆ ਯਰਥਾ, ਯਰਥਾ ਭਇਆ ਮਨਾ, ਮਨਾ ਅਸਤੂ ਵਿਦੇਰ, ਆਤਮਾ ਮਹਾਨ ਪਰਾ। ਆਪ ਜੀ ਇਹਨਾਂ ਤੋਂ, ਪ੍ਰਕਿਰਤੀ ਦੇ ਪਾਰਾਵਾਰ ਤੋਂ ਆਪ ਜੀ ਪਰੇ ਹੋ। ਪਵਿੱਤਰ ਪਵਿੱਤਰ ਹੈ, ਪਵਿੱਤਰ ਸਰੂਪ ਹੋ ਆਪ ਦਾ। ਆਪ ਜੀ ਦਾ ਪਵਿੱਤਰ ਸਰੂਪ ਹੈ, ਪਵਿੱਤਰ ਹੋ। ਅੱਲਾਹ ਪਾਕੰ, ਪਾਕ ਹੈ, ਸਾਕ ਕਰੋ ਜੇ ਦੂਸਰ ਹੋਏ। ਪਾਪ ਪੁੰਨ ਦੀ ਲਿਪਾਏ ਮਾਨਗੀ ਤੋਂ ਆਪ ਜੀ ਰਹਿਤ ਹੋ। ਕਾਮ ਆਦਿਕਾਂ ਦੀ ਲਿਪਾਏ ਮਾਨਗੀ ਨਹੀਂ ਹੈ ਆਪ ਜੀ ਨੂੰ। ਆਪ ਜੀ ਨੂੰ ਨਮਸਕਾਰ ਹੈ। ਪ੍ਰਥੀਸੈ, ਸ੍ਰਿਸ਼ਟੀ ਦਾ ਈਸ਼ਰ ਹੋ ਆਪ ਜੀ। ਅਦੀਸੈ, ਆਦਿ ਈਸ਼ਰ ਹੋ। ਆਦਿ ਤੋਂ, ਜਦੋਂ ਸੰਸਾਰ ਨਹੀਂ ਸੀ ਬਣਿਆ ਉਦੋਂ ਤੋਂ ਆਪ ਜੀ ਆਦਿ ਸੱਚ, ਆਦਿ ਈਸ਼ਰ ਹੋ ਆਪ ਜੀ। ਅਦ੍ਰਿਸੈ, ਦਿਸਣ ਤੋਂ ਰਹਿਤ ਹੋ। ਮੜੱਪਣ ਪੁਣੇ ਤੋਂ ਰਹਿਤ ਹੋ। ਆਪ ਜੀ ਵਿੱਚ ਕੋਈ ਕਮਜ਼ੋਰੀ ਨਹੀਂ ਹੈ। ਕ੍ਰਿਸੈ, ਕਾਹਨ ਸਿੰਘ ਨਾਭਾ ਨੇ ਇਸ ਦਾ ਅਰਥ 4-5 ਅਰਥ ਕੱਢੇ ਨੇ ਕ੍ਰਿਸੈ ਦੇ। ਕ੍ਰਿਸ ਪਤਲੇ ਨੂੰ ਵੀ, ਮਾੜੇ ਨੂੰ ਵੀ ਕਹਿੰਦੇ ਨੇ, ਕਮਜ਼ੋਰ ਨੂੰ ਕ੍ਰਿਸ ਕਹਿੰਦੇ ਨੇ। ਅਤੇ ਸੰਸਕ੍ਰਿਤ ਵਿੱਚ ਕ੍ਰਿਸ਼ ਕਹਿੰਦੇ ਨੇ ਖੇਤੀ ਨੂੰ। ਸੱਚੇ ਪਾਤਸ਼ਾਹ ਜੀਓ, ਜੋ 84 ਲੱਖ ਜੂਨ ਦੀ ਖੇਤੀ ਹੈ, ਆਪ ਜੀ ਇਹਨਾਂ ਤੋਂ ਰਹਿਤ ਹੋ। ਅਕ੍ਰਿਸੈ, ਅਤੇ ਖਿੱਚਣ ਤੋਂ ਅਕ੍ਰਿਸੈ ਕਹਿੰਦੇ ਨੇ ਆਕਰਸ਼ਣ। ਆਕਰਸ਼ਣ ਸ਼ਕਤੀ ਹੁੰਦੀ ਹੈ ਨਾ, ਜਿਹਦੇ ਕਰਕੇ ਖਿੱਚੇ ਜਾਂਦੇ ਹਾਂ।
ਜਿਵੇਂ ਚੁੰਬਕ ਵਿੱਚ ਆਕਰਸ਼ਣ ਸ਼ਕਤੀ ਹੁੰਦੀ ਹੈ, ਲੋਹੇ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ, ਐਸੇ ਤਰ੍ਹਾਂ ਪਰਮਾਤਮਾ ਤੁਹਾਨੂੰ ਕੋਈ ਆਪਣੇ ਵੱਲ ਖਿੱਚ ਨਹੀਂ ਸਕਦਾ। ਆਪ ਜੀ ਖਿੱਚਣ ਤੋਂ ਰਹਿਤ ਹੋ। ਕ੍ਰਿਸਤਾਈ ਕਹਿੰਦੇ ਨੇ ਜਿਵੇਂ ਸੂਮਤਾਈ, ਆਪ ਜੀ ਸੂਮਤਾਈ ਤੋਂ ਰਹਿਤ ਹੋ। ਭਗਵਤੀ ਛੰਦ ਤੁਐ ਪ੍ਰਸਾਦ ਕਥ ਤੇ। ਭਗਵਤੀ ਛੰਦ, ਹੁਣ ਇੱਥੇ ਤੱਕ ਅਕ੍ਰਿਸਾ ਤੱਕ ਜੋ ਮੱਧ ਭਾਗ ਪੂਰਾ ਹੋ ਚੁੱਕਾ ਹੈ ਜਾਪ ਸਾਹਿਬ ਦਾ। ਉਸ ਤੋਂ ਬਾਅਦ ਮਹਾਰਾਜ ਕਹਿੰਦੇ ਭਗਵਤੀ ਛੰਦ ਤੁਐ ਪ੍ਰਸਾਦ ਕਥ ਤੇ। ਕਥ ਤੇ ਆਪ ਜੀ ਦੀ ਕਿਰਪਾ ਦੁਆਰਾ ਕਥਨ ਕਰਦੇ ਹਾਂ ਜੋ ਭਗਵਤੀ ਭਗਵੰਤ ਪਰਮੇਸ਼ਰ, ਤੇ ਛੰਦ ਕਹਿੰਦੇ ਨੇ ਜਸ ਨੂੰ ਵੀ ਛੰਦ ਕਹਿੰਦੇ ਨੇ, ਤੇ ਪਰਮੇਸ਼ਰ ਦੇ ਜਸ ਨੂੰ ਅਸੀਂ ਕਥਨ ਕਰਦੇ ਹਾਂ। ਇਹ ਭਗਵਤੀ ਛੰਦ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਵੀ ਦੋ ਰੂਪ ਇਸ ਦੇ ਆਏ ਨੇ, ਇੱਕ ਸੋਮਰਾਜ, ਇੱਕ ਸੰਖ ਨਾਰੀ। ਆਦੇ ਵਿੱਚ 4 ਚਰਨ ਹੁੰਦੇ ਨੇ ਤੇ ਪ੍ਰਤੀ ਚਰਨ ਵਿੱਚ 2 ਯਗਨ ਵਰਤੇ ਜਾਂਦੇ ਨੇ। ਜਿਵੇਂ ਭੁਜੰਗ ਪ੍ਰਿਆਤ ਛੰਦ ਵਿੱਚ 4 ਯਗਨ ਵਰਤੇ ਜਾਂਦੇ ਨੇ, ਤੇ ਭਗਵਤੀ ਨੂੰ ਭਗਉਤੀ ਵੀ ਕਹਿ ਦਿੰਦੇ ਨੇ, ਇਸ ਵਿੱਚ 2 ਯਗਨ ਵਰਤੇ ਜਾਂਦੇ ਨੇ। ਤਾਂ ਭਗਵਤੀ ਛੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰੀ ਕਿਰਪਾ ਨਾਲ ਵਰਣਨ ਕਰਦਾ ਹਾਂ ਆਸਜ ਦੇਸੈ, ਕਿ ਆਪ ਜੋ ਦੇਸ਼ ਆਦਿਕਾਂ ਕਰਕੇ ਨਾਸ ਨਹੀਂ ਹੁੰਦੇ। ਛਿਜ, ਆ ਛਿਜ, ਛਿਜ ਕਹਿੰਦੇ ਨੇ ਛਿਜਣਾ। ਆਪ ਜੀ ਛਿਜਣ ਤੋਂ ਰਹਿਤ ਹੋ। ਹੁਣ ਆਮ ਆਪਣੇ ਕੱਪੜੇ ਛਿਜ ਜਾਂਦੇ ਨੇ, ਆਪ ਜੀ ਛਿਜਣ ਤੋਂ ਰਹਿਤ ਹੋ। ਆਪ ਜੋ ਦੇਸ਼ ਆਦਿਕਾਂ ਕਰਕੇ ਨਾਸ ਨਹੀਂ ਹੁੰਦੇ, ਜਿਵੇਂ ਮਾਝਾ ਪੰਜਾਬ ਵਿੱਚ ਤੇ ਪੰਜਾਬ ਭਾਰਤ ਵਿੱਚ ਛਿਜਦਾ ਹੈ, ਇਉਂ ਤੂੰ ਨਹੀਂ ਛਿਜਦਾ ਸੱਚੇ ਪਾਤਸ਼ਾਹ। ਦੇਸੈ, ਦੇਸ ਕਹਿੰਦੇ ਨੇ ਅੰਗਾਂ ਨੂੰ, ਦੇਸ ਅੰਗ ਸਰੂਪ ਛਿਜਣ ਤੋਂ ਆਪ ਜੀ ਰਹਿਤ ਹੋ। ਆ ਭਿਜ ਭੀਸੈ, ਕਿ ਆ ਭਿਜ ਭੇਸੈ, ਕਿ ਆਪ ਕਿਸੇ ਦੇ ਭੇਸ ਤੋਂ ਨਹੀਂ ਭਿੱਜਦੇ। ਕੋਈ ਜਿੰਨਾ ਮਰਜ਼ੀ ਭੇਸ ਬਣਾ ਲਵੇ, ਕਿਸੇ ਨੇ ਕੰਠੀ ਪਾ ਲਈ, ਸਵਾ ਸਰੀਰ ਨੂੰ ਮਲ ਲਈ, ਜਾਂ ਕਈ ਭੇਸ ਬਣਾ ਲਏ, ਪਰ ਕਿ ਆ ਭਿਜ ਭੇਸੈ, ਆਪ ਜੀ ਭੇਸ ਨਾਲ ਨਹੀਂ ਭਿੱਜਦੇ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿਨਾ ਅੰਤਰ ਕਪਟ ਬੇਕਾਰ ਹੈ, ਤਿਨਾ ਰੋਏ ਕਿਆ ਕੀਜੈ। ਕੋਈ ਰਾਗਾਂ ਕਰਕੇ ਗਾਉਂਦਾ ਹੈ, ਕਿਸੇ ਨੂੰ ਵੇਦਾਂ ਦਾ ਗਿਆਨ ਹੈ, ਕੋਈ ਸ਼ਬਦਾਂ ਕਰਕੇ ਗਾਉਂਦਾ ਹੈ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਪਰ ਤੂੰ ਇੱਦਾਂ ਨਹੀਂ ਭਿੱਜਦਾ। ਜਿਨ੍ਹਾਂ ਅੰਤਰ ਕਪਟ ਬੇਕਾਰ ਹੈ, ਤਿਨਾ ਰੋਏ ਕਿਆ ਕੀਜੈ। ਜਿਨ੍ਹਾਂ ਦੇ ਅੰਦਰ ਕਪਟ ਹੈ, ਬੇਕਾਰ ਹੈ, ਤੇ ਲੋਕਾਂ ਨੂੰ ਰੋ ਰੋ ਕੇ ਦਿਖਾਉਂਦੇ ਨੇ, ਤਿਨਾ ਰੋਏ ਕਿਆ ਕੀਜੈ। ਕੀ ਕਰੀਏ, ਰੋਏ ਉਹਨਾਂ ਦੀ ਸੋਭਾ ਕੀ ਕਰੀਏ। ਜਿਨ੍ਹਾਂ ਅੰਤਰ ਕਪਟ ਬੇਕਾਰ ਹੈ, ਤਿਨਾ ਰੋਏ ਕਿਆ ਕੀਜੈ। ਹਰ ਕਰਤਾ ਸਭ ਕੁਛ ਜਾਣਦਾ, ਸਿਰ ਰੋਗ ਹੱਥ ਦੀਜੈ। ਉਹ ਪਰਮਾਤਮਾ ਤੋਂ ਕੁਛ ਲੁਕਿਆ ਛਿਪਿਆ ਨਹੀਂ ਹੈ, ਸਾਰਾ ਕੁਛ ਜਾਣਦਾ ਹੈ। ਹਰ ਕਰਤਾ ਸਭ ਕੁਛ ਜਾਣਦਾ, ਸਿਰ ਰੋਗ ਹੱਥ ਦੀਜੈ। ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸੁਧ ਹੈ, ਹਰ ਭਗਤ ਹਰ ਲੀਜੈ। ਜਿਨ੍ਹਾਂ ਦਾ ਹਿਰਦਾ ਸ਼ੁੱਧ ਹੈ ਨਾ, ਹਰ ਭਗਤ ਹਰ ਲੀਜੈ, ਉਹ ਫਿਰ ਹਰੀ ਦੀ ਭਗਤੀ ਕਮਾਉਂਦੇ ਨੇ। ਆਪ ਜੀ ਭੇਖਾ ਨਾਲ ਨਹੀਂ ਭਿੱਜਦੇ ਕਿ ਕਿਸੇ ਨੇ ਲੰਮਾ ਚੋਲਾ ਪਾ ਲਿਆ ਜਾਂ ਕਿਸੇ ਨੇ ਖੱਟੇ ਵਸਤਰ ਪਾ ਲਏ ਤਾਂ ਆਪ ਜੀ ਭੇਖਾ ਨਾਲ ਭਿੱਜ ਗਏ। ਕੰਨਾਂ 'ਚ ਕਿਸੇ ਨੇ ਮੁੰਦਰਾ ਪਾ ਲਈ, ਆਪ ਜੀ ਉਹਨਾਂ ਨਾਲ ਭਿੱਜ ਗਏ ਕਿ ਆ ਭਿੱਜ ਭੇਸੈ। ਆਪ ਜੀ ਭੇਸਾਂ ਕਰਕੇ ਨਹੀਂ ਭਿੱਜਦੇ। ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ, ਹਰ ਭਗਤ ਹਰ ਲੀਜੈ। ਜਿਨ੍ਹਾਂ ਦਾ ਹਿਰਦਾ ਸ਼ੁੱਧ ਹੈ, ਆਪ ਜੀ ਤਾਂ ਭਗਤੀ ਕਰਕੇ ਨਾਮ ਕਰਕੇ ਭਿੱਜਦੇ ਹੋ। ਆ ਗੰਜ ਕਰਮੈ, ਕਿ ਆ ਗੰਜ ਕਰਮੈ, ਕਰਮਾਂ ਕਰਕੇ ਗੰਜ ਕੱਟੇ ਨਹੀਂ ਜਾਂਦੇ, ਤੇ ਆਪ ਦੀ ਕਰਮ ਬਖਸ਼ੀ ਕੱਟਣ ਤੋਂ ਰਹਿਤ ਹੈ। ਕਰਮ ਬਖਸ਼ੀ ਕਹਿੰਦੇ ਨੇ ਕਿਰਪਾ ਨੂੰ। ਜਿਹਦੇ 'ਤੇ ਆਪ ਜੀ ਕੋਈ ਕਿਰਪਾ ਕਰ ਦੇਵੇ, ਜਿਹਦੇ 'ਤੇ ਆਪ ਜੀ ਦੀ ਕਿਰਪਾ ਹੁੰਦੀ ਹੈ, ਤੁਸੀਂ ਕਿਰਪਾ ਕਰਦੇ ਹੋ, ਉਹ ਕਿਰਪਾ ਨੂੰ ਕੋਈ ਦੂਜਾ ਕੱਟ ਨਹੀਂ ਸਕਦਾ।
ਜਿਹਦੇ ਤੇ ਆਪ ਜੀ ਨੇ ਨਾਮ ਬੰਦਗੀ ਦੀ ਕਿਰਪਾ ਕਰਤੀ। ਫਿਰ ਭਾਵੇਂ ਲੱਖਾਂ ਹੀ ਨਿੰਦਕ, ਸਾਰਾ ਹੀ ਜੱਗ ਇੱਕ ਪਾਸੇ ਖੜਾ ਹੋਵੇ, ਫਿਰ ਉਸ ਨੂੰ ਕੋਈ ਕੱਟ ਨਹੀਂ ਸਕਦਾ, ਕੋਈ ਨੀਵਾਂ ਨਹੀਂ ਕਰ ਸਕਦਾ। ਆਪ ਜੀ ਦੀ ਕਿਰਪਾ ਕੱਟਣ ਤੋਂ ਰਹਿਤ ਹੈ ਕਿ ਜੋ ਤੇਰੇ ਕੰਮਾਂ ਨੂੰ ਕੋਈ ਕੱਟ ਨਹੀਂ ਸਕਦਾ। ਜਿਹੜੇ ਤੈਂ ਕੰਮ ਕਰਤੇ ਉਹਨਾਂ ਕੰਮਾਂ ਨੂੰ ਕੋਈ ਕੱਟ ਨਹੀਂ ਸਕਦਾ। ਕਿਸੇ ਵਿੱਚ ਕੀ ਸ਼ਕਤੀ ਹੈ ਕਿ ਪਰਮਾਤਮਾ ਦੇ ਕੀਤੇ ਹੋਏ ਨੂੰ ਕੱਟ ਸਕੇ? ਕੋਈ ਕੱਟ ਸਕਦਾ ਹੈ? ਨਹੀਂ। ਜਿਹੜਾ ਪਰਲੋ ਲੈਤਾ ਪਾਲਣਾ ਕਰਨ ਦਾ ਤੂੰ ਕੰਮ ਕਰਦਾ ਹੈ, ਜੀਵਾਂ ਨੂੰ ਪੈਦਾ ਕਰਦਾ ਹੈ, ਨਾਸ਼ ਕਰਦਾ ਹੈ, ਇਹਨਾਂ ਕੰਮਾਂ 'ਚ ਕੋਈ ਵਿਘਨ ਨਹੀਂ ਪਾ ਸਕਦਾ। ਆਪਾਂ ਪ੍ਰਕਿਰਤੀ ਦੇ ਕੰਮਾਂ ਵਿੱਚ ਵਿਘਨ ਪਾ ਸਕਦੇ ਹਾਂ? ਕੋਈ ਵਿਘਨ ਨਹੀਂ ਪਾ ਸਕਦਾ। ਕਰਮ ਹੈ ਸਰੀਰ ਕਰਕੇ ਤੇਰਾ ਕੱਟਿਆ ਨਹੀਂ ਜਾ ਸਕਦਾ। ਜੇ ਸਰੀਰ ਹੋਵੇ ਤਾਂ ਕੋਈ ਕੱਟੇ, ਸਰੀਰ ਕਰਕੇ ਵੀ ਤੂੰ ਕੱਟਿਆ ਨਹੀਂ ਜਾਂਦਾ। ਸੱਚੇ ਪਾਤਸ਼ਾਹ ਜੀਓ, ਆਪ ਜੀ ਨੂੰ ਨਮਸਕਾਰ ਹੈ। ਤੇ ਆ ਭੰਜ ਭਰਮੈ, ਕਿ ਆ ਭੰਜ ਭਰਮੈ, ਕਿ ਜੋ ਆਪ ਦਾ ਵਾਸਤਵ ਰੂਪ ਹੈ ਭਰਮ ਕਰਕੇ ਨਹੀਂ ਭੱਜਦਾ। ਤੇ ਆ ਭਿਜ ਲੋਕੈ, ਕਿ ਆਪ ਲੋਕਾਂ ਤੇ ਪ੍ਰਸੰਨ ਨਹੀਂ ਹੁੰਦੇ। ਇੱਦਾਂ ਨਹੀਂ ਕਿ ਪਰਮਾਤਮਾ ਜਣੇ ਖਣੇ ਤੇ ਹੀ ਪ੍ਰਸੰਨ ਹੋ ਗਿਆ। ਜਿਹੜਾ ਆਪ ਦੀ ਕਮਾਈ ਕਰਦਾ ਹੈ, ਜਿਵੇਂ ਪਿੱਛੇ ਗੱਲ ਆਈ ਸੀ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ, ਹਰ ਹਰ ਭੀਜੈ ਰਾਮ ਰਾਜੇ। ਕਿ ਆ ਭਿਜ ਲੋਕੈ, ਆਪ ਜੀ ਲੋਕਾਂ ਤੇ, ਕੇਵਲ ਲੋਕਾਂ ਤੇ ਪ੍ਰਸੰਨ ਨਹੀਂ ਹੁੰਦੇ। ਜਿਹੜਾ ਕਮਾਈ ਕਰਦਾ ਹੈ, ਨਾਮ ਦੀ ਕਮਾਈ ਕਰਦਾ ਹੈ, ਆਪ ਜੀ ਦੇ ਹੁਕਮ ਵਿੱਚ ਚੱਲਦਾ ਹੈ, ਉਹਦੇ ਤੇ ਆਪ ਜੀ ਪ੍ਰਸੰਨ ਹੁੰਦੇ ਹੋ। ਆਪ ਜੀ, ਕਿਉਂਕਿ ਆਪ ਜੀ ਮਨ ਦੇਖਦੇ ਹੋ। ਆਪ ਜੀ ਕਿਸੇ ਦਾ ਤਨ ਨਹੀਂ ਦੇਖਦੇ, ਆਪ ਜੀ ਮਨ ਦੇਖਦੇ ਹੋ। ਕਿਸ ਦਾ ਮਨ ਕਿੰਨਾ ਕੁ ਜੁੜਿਆ ਹੈ, ਕਿੰਨਾ ਕੁ ਸ਼ੁੱਧ ਹੈ, ਆਪ ਜੀ ਫਿਰ ਪ੍ਰਸੰਨ ਹੁੰਦੇ ਹੋ। ਹੁਣ ਦੇਖ ਲਓ, ਪਰਮਾਤਮਾ ਨੂੰ ਪ੍ਰਸੰਨ ਕਰਨ ਵਿੱਚ ਕਿਹੜਾ ਕਿਹੜਾ ਨਹੀਂ ਲੱਗਿਆ। ਕੋਈ ਹੰਕਾਰ ਨੂੰ ਧਾਰ ਕੇ ਹੀ ਜਪ ਤਪ ਕਰੀ ਜਾਂਦਾ ਹੈ, ਕਿਸੇ ਦੇ ਮਨ ਵਿੱਚ ਹੰਕਾਰ ਹੀ ਬੜਿਆ ਹੋਇਆ ਹੈ। ਕੋਈ ਕਹਿੰਦਾ ਮੈਂ ਧਨ ਦੇ ਕੇ ਹੀ ਖੁਸ਼ ਕਰ ਲਵਾਂ, ਪਰ ਪਰਮਾਤਮਾ ਇੱਦਾਂ ਖੁਸ਼ ਨਹੀਂ ਹੁੰਦਾ। ਜਦੋਂ ਜੀਵ ਨੇ ਆਪਣੀ ਆਪਣੱਤ ਛੱਡੀ, ਆਪਣਾ ਆਪ ਛੱਡਿਆ, ਆਪ ਗਵਾਈਐ ਤਾ ਸੋ ਪਾਈਐ ਔਰ ਕੈਸੀ ਚਤੁਰਾਈ। ਆਪਣਾ ਆਪ ਗਵਾਉਣਾ ਪੈਂਦਾ ਤਾਂ ਕਿਤੇ ਜਾ ਕੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਆਪ ਗਵਾਈਐ ਤਾ ਸੋ ਪਾਈਐ ਔਰ ਕੈਸੀ ਚਤੁਰਾਈ। ਚਤੁਰਾਈਆਂ ਨਾਲ ਨਹੀਂ ਕਿ ਆ ਭਿਜ ਲੋਕੈ, ਕਿ ਆਪ ਜੀ ਇੱਦਾਂ ਨਹੀਂ ਕਿਸੇ ਦੇ ਪ੍ਰਸੰਨ ਹੁੰਦੇ। ਪਰਮਾਤਮਾ ਨੂੰ ਪ੍ਰਸੰਨ ਕਰਨ ਦੇ ਵੀ ਇਹ ਤਰੀਕੇ ਹੁੰਦੇ ਨੇ। ਕਿ ਸੱਚੇ ਪਾਤਸ਼ਾਹ ਜੀਓ, ਹੁਣ ਸਭ ਕੁਛ ਜਦੋਂ ਮਨ ਕਰਕੇ, ਤਨ ਕਰਕੇ ਆਪਾਂ ਅਰਦਾਸ ਕਰਾਂਗੇ ਨਾ, ਮਨ ਕਰਕੇ, ਮੈਂ ਸਭ ਕੁਛ ਛੋੜ ਕਿ ਸੱਚੇ ਪਾਤਸ਼ਾਹ ਜੀਓ, ਮੈਂ ਸਾਰਾ ਕੁਛ ਛੱਡ ਕੇ ਪ੍ਰਭੂ ਤੂੰ ਹੀ ਤੇ ਆਇਆ, ਤੁਹਾਨੂੰ ਹੀ ਧਿਆਉਣਾ ਕੀਤਾ ਹੈ। ਆਪਣਾਤ ਛੱਡਣੀ ਪੈਂਦੀ ਹੈ ਤਾਂ ਕਿਤੇ ਰੱਬ ਪ੍ਰਸੰਨ ਹੁੰਦਾ ਹੈ। ਜਿਨ੍ਹਾਂ ਨੇ ਮਹਾਂਪੁਰਖਾਂ ਨੇ ਪ੍ਰਸੰਨ ਕੀਤਾ ਹੈ, ਸੰਤ ਗਿਆਨੀ ਸੁੰਦਰ ਸਿੰਘ ਜੀ ਨੇ ਪ੍ਰਸੰਨ ਕੀਤਾ ਪਰਮਾਤਮਾ ਨੂੰ। ਕਿੰਨੀ ਬੰਦਗੀ, ਕਿੰਨੀ ਕਮਾਈ ਕੀਤੀ ਹੈ, ਕਿੰਨੀ ਮਹਾਂਪੁਰਖਾਂ ਦਾ ਕਿੰਨਾ ਜਪ ਤਪ ਸੀ, ਅਤੇ ਨਿਮਰਤਾ ਵੀ ਕਿੰਨੀ ਸੀ। ਕਿ ਆ ਭਿਜ ਲੋਕੈ, ਆਪ ਜੀ ਹਰ ਇੱਕ ਤੇ ਭਿਜਦੇ ਨਹੀਂ, ਪ੍ਰਸੰਨ ਨਹੀਂ ਹੁੰਦੇ। ਤੇ ਆਦਿਤ ਸੋਕੈ, ਕਿ ਜੋ ਆਪ ਜੈਸੇ ਹੋ, ਜੋ ਅਦਿਤੀ ਹੈ, ਅਦਿਤੀ ਦਾ ਪੁੱਤਰ ਹੈ ਸੂਰਜ। ਅਦਿਤੀ ਬਿਆਸ ਦੀ ਘਰ ਵਾਲੀ ਹੋਈ ਹੈ, ਅਦਿਤੀ ਦਾ ਪੁੱਤਰ ਹੈ ਸੂਰਜ। ਉਸ ਦੀਆਂ ਕਿਰਨਾਂ ਨੂੰ ਵੀ ਆਪ ਜੀ ਸੁਕਾਉਣ ਵਾਲੇ ਹੋ ਕੇ ਆਦਿਤ ਸੋਕੈ। ਆਦਿਤ ਤੋਂ ਲਿਆ ਅਦਿਤੀ, ਅਦਿਤੀ ਦਾ ਪੁੱਤਰ ਹੈ ਸੂਰਜ। ਸੂਰਜ ਨੂੰ ਵੀ ਸੋਕੈ, ਸੁਕਾਉਣ ਵਾਲੇ ਹੋ। ਆਪ ਜੀ ਸੋਕ ਰਹਿਤ ਹੋ, ਸੋਕ ਰਹਿਤ ਕਰਨ ਵਾਲੇ ਹੋ। ਅਤੇ ਜੋ ਖੋਟੀਆਂ ਕਿ ਆਦਿਤ ਸੋਕੈ, ਜੋ ਖੋਟੀਆਂ ਆਦਤਾਂ ਨੇ ਉਹਨਾਂ ਨੂੰ ਵੀ ਸੁਕਾਉਣ ਵਾਲੇ ਹੋ। ਆਪ ਸੋਕਾਂ ਤੋਂ ਰਹਿਤ ਹੋ, ਆਨੰਦ ਹੀ ਆਨੰਦ ਸਰੂਪ ਹੋ। ਤੇ ਅਵਧੂਤ ਵਰਣੈ, ਵਰਣੈ ਕਹਿੰਦੇ ਨੇ ਵਰਣਨ ਕਰਨ ਨੂੰ। ਵਰਣਨ ਕਰੀਦੇ ਹੋ ਕਿ ਆਪ ਦਾ ਸੁੱਧ ਸਰੂਪ ਹੈ।
ਅਵਧੂਤ ਕਹਿੰਦੇ ਨੇ ਸ਼ੁੱਧ ਨੂੰ। ਜੋ ਆਪ ਕੈਸੇ ਹੋ ਅਵਧੂਤ ਸੁਧ, ਸ਼ੁੱਧ ਹੋ ਵਰਨੈ ਰੰਗਾ ਤੋਂ ਰਹਿਤ ਹੋ। ਆਪ ਨੂੰ ਅਵਧੂਤ ਜੋ ਆਦ ਮਹਾਤਮਾ ਨੇ, ਅਵਧੂਤ ਜਿਵੇਂ ਇਹ ਮਹਾਤਮਾ ਨੇ, ਇਹ ਵੀ ਵਰਨੈ ਕਥਨ ਕਰਦੇ ਹਨ ਆਪ ਜੀ ਨੂੰ। ਜਿਸ ਨੂੰ ਆਪ ਜੀ ਦਾ ਰੰਗ ਚੜ੍ਹ ਜਾਂਦਾ ਹੈ, ਪ੍ਰੇਮ ਦਾ ਰੰਗ ਚੜ੍ਹ ਜਾਂਦਾ ਹੈ। ਵਰਨੈ ਕਹਿੰਦੇ ਨੇ ਰੰਗ ਨੂੰ, ਅਤੇ ਰੰਗ ਕਹਿੰਦੇ ਨੇ ਪ੍ਰੇਮ ਨੂੰ। ਜਿਸ ਨੂੰ ਆਪ ਦਾ ਪ੍ਰੇਮ ਦਾ ਰੰਗ ਚੜ੍ਹ ਜਾਂਦਾ ਹੈ ਉਹ ਵੀ ਸ਼ੁੱਧ ਹੋ ਜਾਂਦਾ ਹੈ। ਅਤੇ ਬ੍ਰਾਹਮਣ ਛਤਰੀ ਆਦਿਕ ਇਹਨਾਂ ਤੋਂ ਵੀ ਆਪ ਜੀ ਸ਼ੁੱਧ ਹੋ। ਕੇ ਬੈਭੂਤ ਕਰਨਾ, ਕਿ ਵਿਭੂਤ ਕਰਨਾ। ਜੇ ਬੈਭੂਤ ਆਪਾਂ ਉਚਾਰਨ ਕਰਾਂਗੇ ਤਾਂ ਬੱਬੇ ਨੂੰ ਦਲਾਵਾਂ ਲੱਗ ਜਾਂਦੀਆਂ ਨੇ। ਬੈਭੂਤ ਇੱਥੇ ਹੈ ਬੱਬੇ ਨੂੰ ਸਿਹਾਰੀ, ਭੱਬੇ ਨੂੰ ਦਲੈਂਕੜ ਤੱਤਾ। ਕਿ ਵਿਭੂਤ ਕਰਨਾ, ਆਪ ਜੀ ਸਾਰੀ ਵਿਭੂਤੀ ਦੇ ਕਰਨ ਵਾਲੇ ਹੋ। ਜਗਤ ਨੂੰ ਦੈਵੀ ਗੁਣਾਂ ਦੀ ਵਿਭੂਤੀ ਦੇਣ ਵਾਲੇ ਹੋ। ਕਰਨਾ ਕਿਰਪਾ ਦੇ ਕਰਨ ਵਾਲੇ ਹੋ। ਰਾਜੰ ਪ੍ਰਵਾਹ ਹੈ, ਰਾਜੰ ਕਹਿੰਦੇ ਨੇ ਸੋਭਾ ਨੂੰ। ਆਪ ਜੀ ਦੀ ਸੋਭਾ ਬਿਰਾਜ ਰਹੀ ਹੈ, ਪ੍ਰਕਾਸ਼ ਰਹੀ ਹੈ ਆਪ ਜੀ ਦੀ ਸੋਭਾ। ਰਾਜ ਕਹਿੰਦੇ ਨੇ ਭੇਦ ਨੂੰ। ਜਿਵੇਂ ਰਾਜਨੀਤੀ ਭੇਦ ਦੀ ਨੀਤੀ ਜੋ ਹੈ, ਰਾਜ ਕਹਿੰਦੇ ਨੇ ਭੇਦ ਨੂੰ। ਆਪ ਜੀ ਸਾਰੇ ਭੇਦਾਂ ਦੇ ਜਾਣਨ ਵਾਲੇ ਹੋ। ਕਿ ਰਾਜੰ ਪ੍ਰਵਾਹ ਹੈ, ਭੇਦ ਜਾਣਨ ਵਾਲੇ ਹੋ। ਰਾਜਿਆਂ ਦੀ ਸੋਭਾ ਵਾਲੇ ਹੋ, ਰਾਜਿਆਂ ਨੂੰ ਵੀ ਸੋਭਾ ਦੇਣ ਵਾਲੇ ਹੋ। ਕਿ ਧਰਮੰ ਧੁਜਾ ਹੈ, ਕਿ ਧਰਮੰ ਧੁਜਾ ਹੈ, ਆਪ ਜੀ ਧਰਮ ਦਾ ਨਿਸ਼ਾਨ ਰੂਪ ਹੋ। ਧੁਜਾ ਕਹਿੰਦੇ ਨੇ ਝੰਡੇ ਨੂੰ, ਧਵਜ ਨੂੰ। ਆਪ ਜੀ ਧਰਮ ਦਾ ਧਵਜ ਹੋ, ਨਿਸ਼ਾਨ ਰੂਪ ਹੋ, ਧਰਮ ਦਾ ਆਸਰਾ ਹੋ। ਕਿ ਆਸੋਕ ਵਰਨੈ, ਕਿ ਆਪ ਧੁਜਾ ਧਰਮ ਦੇ ਗੁਣਾ ਰੂਪੀ ਚਿੰਨਾ ਸੰਯੁਕਤ ਸਹਿਤ ਹੋ। ਕਿ ਆਸੋਕ ਵਰਨੈ, ਕਿ ਆਸੋਕ ਵਰਨੈ, ਸ਼ੋਕਾਂ ਤੋਂ ਰਹਿਤ ਹੋ। ਵਰਨੈ ਕਥਨ ਕਰੀਦੇ ਹੋ। ਆਪ ਜੀ ਤੋਂ ਕਥਨ ਕਰਦੇ ਹਾਂ ਸੱਚੇ ਪਾਤਸ਼ਾਹ ਜੀ, ਆਪ ਜੀ ਸ਼ੋਕਾਂ ਤੋਂ ਰਹਿਤ ਹੋ। ਸ਼ੋਕਾਂ ਤੋਂ ਰਹਿਤ ਆਪ ਜੀ ਦਾ ਵਰਨੈ ਰੰਗ ਪ੍ਰੇਮ ਹੈ। ਕਿ ਸਰਬਾ ਅਭਰਨੈ, ਕਿ ਸਰਬਾ ਅਭਰਨੈ, ਸਭ ਦੀ ਪੂਰਤੀ ਕਰਨ ਵਾਲਾ ਹੈ। ਸਭ ਦਾ ਭੂਖਣ ਰੂਪ ਗਹਿਣਾ ਰੂਪ ਹੈ। ਕਿ ਜਗਤੰ ਕ੍ਰਿਤੀ ਹੈ, ਕਿ ਜਗਤੰ ਕ੍ਰਿਤੀ ਹੈ, ਕਿ ਜੋ ਆਪ ਕੈਸੇ ਹੋ ਜਗ ਤਾਈ ਕ੍ਰਿਤੀ ਕਰਨ ਵਾਲੇ ਹੋ, ਜਗ ਨੂੰ ਸਾਜਣ ਵਾਲੇ ਹੋ। ਕਿ ਆਪ ਦੀ ਜਗਤ ਰੂਪ ਕ੍ਰਿਤੀ, ਜਿਵੇਂ ਆਪਾਂ ਕ੍ਰਿਸ਼ੀ ਕਹਿ ਦਿੰਦੇ ਨਾ ਖੇਤੀ, ਇਹ ਜਗਤ ਰੂਪ ਜੋ ਖੇਤੀ ਹੈ ਉਹ ਆਪ ਦੀ ਹੈ। ਸਾਰੇ ਜੱਗ ਵਿੱਚ ਕ੍ਰਿਤੀ ਆਪ ਜੀ ਦੀ ਕੀਰਤੀ ਹੋ ਰਹੀ ਹੈ। ਛਤਰੰ ਛਤਰੀ ਹੈ, ਕਿ ਛਤਰੰ ਛਤਰੀ ਹੈ, ਆਪ ਛਤਰਧਾਰੀਆਂ ਵਿੱਚ ਛਤਰੀ, ਸ਼੍ਰੋਮਣੀ ਛਤਰਧਾਰੀ ਹੋ। ਛਤਰਧਾਰੀਆਂ ਤਾਈ ਛਤਰ ਦੇਣ ਵਾਲੇ ਹੋ। ਸ਼ਸਤਰਧਾਰੀਆਂ ਵਿੱਚੋਂ ਆਪ ਸ਼ਸਤਰਧਾਰੀ ਮਹਾਨ ਹੋ। ਗੁਰੂ ਗੋਬਿੰਦ ਸਿੰਘ ਮਹਾਰਾਜ ਕਿੱਡੇ ਮਹਾਨ ਯੋਧੇ ਸ਼ਸਤਰਧਾਰੀ ਹੋਏ ਨੇ। ਇੱਕ ਇੱਕ ਤੀਰ 10,000 ਵਿੱਚੋਂ ਇੱਕ ਇੱਕ ਤੀਰ ਕੱਢ ਦਿੰਦੇ ਸੀ। ਐਸੇ ਸ਼ਸਤਰਧਾਰੀ ਆਪ ਹੋ। ਅਤੇ ਜੋ ਛਤਰੀਆਂ ਵਿੱਚੋਂ ਆਪ ਜੀ ਮਹਾਨ ਸੂਰਮੇ ਹੋ। ਆਪ ਜੀ ਨੂੰ ਨਮਸਕਾਰ ਹੈ। ਬ੍ਰਹਮ ਸਰੂਪੈ, ਵਿਆਪਕ ਸਰੂਪ ਹੋ ਆਪ ਜੀ। ਤੇ ਅਨਪ ਅਨੂਪੈ, ਆਪ ਜੀ ਭੈ ਤੋਂ ਰਹਿਤ ਹੋ। ਅਨ ਭਉ, ਭਉ ਕਹਿੰਦੇ ਨੇ ਡਰ ਨੂੰ। ਆਪ ਜੀ ਡਰ ਤੋਂ ਰਹਿਤ ਹੋ। ਅਨੂਪੈ ਉਪਮਾ ਤੋਂ ਰਹਿਤ ਹੋ। ਤੇ ਆਦ ਅਦੇਵ ਹੈ, ਆਪ ਜੀ ਆਦ ਅਦੇਵ ਹੈ। ਆਪ ਅਦੇਵ, ਦੈਂਤਾਂ ਦੇ ਵੀ ਆਪ ਆਦਿ ਸਰੂਪ ਹੋ। ਅਦੇਵ ਕਹਿੰਦੇ ਨੇ ਦੈਂਤਾਂ ਨੂੰ। ਅਦੇਵ ਮੂਹਰੇ ਐੜਾ ਲੱਗਿਆ ਅਦੇਵ। ਆਪ ਜੀ ਦੈਂਤਾਂ ਦੇ ਵੀ ਆਦਿ ਸਰੂਪ ਹੋ। ਆਦਿ ਸਰੂਪ ਹੋ ਅਤੇ ਆਪ ਆਇਆ ਹੋਇਆ ਹੈ ਸਾਰਿਆਂ ਦੇਵਾਂ ਵਿੱਚ। ਦੇਵ ਕਹਿੰਦੇ ਨੇ ਪ੍ਰਕਾਸ਼ ਨੂੰ। ਸੁਤੇ ਪ੍ਰਕਾਸ਼ ਸਰੂਪ ਹੋ ਆਪ ਜੀ। ਤੇਰਾ ਕੋਈ ਅਦੇਵ, ਤੇਰਾ ਕੋਈ ਦੇਵਤਾ ਨਹੀਂ ਹੈ। ਜਿਵੇਂ ਕਈਆਂ ਦੇ ਦੇਵਤੇ ਹੁੰਦੇ ਨੇ ਅਤੇ ਉਹ ਦੇਵਤਿਆਂ ਦੀ ਪੂਜਾ ਕਰਦੇ ਨੇ, ਤੂੰ ਅਦੇਵ ਹੈ। ਤੇਰਾ ਕੋਈ ਦੇਵਤਾ ਨਹੀਂ ਹੈ ਜਿਸ ਨੂੰ ਤੂੰ ਪੂਜੇ, ਜਿਸ ਦੀ ਤੂੰ ਪੂਜਾ ਕਰੇ। ਅਦੇਵ
ਦੇਵ ਕਹਿੰਦੇ ਨੇ ਸਭ ਦਾ ਗੁਰੂ ਹੈ, ਪਰ ਆਪ ਅਦੇਵ, ਆਪ ਜੀ ਦਾ ਕੋਈ ਗੁਰੂ ਨਹੀਂ ਹੈ। ਆਪ ਜੀ ਗੁਰੂ ਤੋਂ ਰਹਿਤ ਹੋ, ਤੇ ਆਪ ਅਭੇਵ ਹੈ। ਆਪਣਾ ਸਰੂਪ ਆਪ ਹੀ ਹੋ, ਤੇ ਅਦੇਵ ਭੇਦ ਤੋਂ ਰਹਿਤ ਹੋ, ਤੇ ਆਪ ਅਭੇਵ ਹੈ। ਕਿ ਆਪ ਅਭੇਵ ਹੈ। ਆਪ ਜੀ ਦਾ ਕੋਈ ਭੇਵ ਭਾਵ ਕੇ ਭੇਦ ਨਹੀਂ ਪਾ ਸਕਦਾ। ਰਹਿਤ ਹੋ, ਤੇ ਚਿਤਰੰ ਬਹੀਨੈ। ਕਿ ਚਿਤਰੰ ਬਹੀਨੈ, ਚਿੱਤਰ ਨਾਨਾ ਪੁਣੇ ਦਾ, ਨਾਨਾ ਪੁਣੇ ਤੋਂ ਆਪ ਜੀ ਰਹਿਤ ਹੋ ਕੇ ਚਿਤਰੰ ਬਹੀਨੈ। ਮਾਇਆ ਦੀਆਂ ਚਾਰ ਖਾਣੀਆਂ ਨੇ, ਅੰਡਜ ਜੇਰਜ ਸੇਤਜ ਉਤਭੁਜ। ਇਹ ਚਾਰ ਖਾਣੀਆਂ ਜੋ ਮਾਇਆ ਦੀਆਂ ਨੇ, ਇਹਨਾਂ ਦੀ ਚਿੱਤਰਕਾਰੀ ਤੋਂ ਆਪ ਜੀ ਰਹਿਤ ਹੋ। ਜਿਵੇਂ ਅੰਡਜ ਅੰਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਜੇਰਜ ਜੇਰ ਤੋਂ ਪੈਦਾ ਹੋਣ ਵਾਲੇ, ਸੇਤਜ ਪਸੀਨੇ ਤੋਂ ਪੈਦਾ ਹੋਣ ਵਾਲੇ, ਤੇ ਉਤਭੁਜ ਜੋ ਧਰਤੀ ਪਾੜ ਕੇ ਜੋ ਪੈਦਾ ਹੁੰਦੇ ਨੇ। ਸੱਚੇ ਪਾਤਸ਼ਾਹ ਜੀ ਉਹ ਜੋ ਇਹ ਮਾਇਆ ਦੀਆਂ ਚਾਰ ਖਾਣੀਆਂ ਨੇ, ਇਹਨਾਂ ਤੋਂ ਆਪ ਜੀ ਰਹਿਤ ਹੋ। ਜੋ ਇਹ ਚਿੱਤਰਕਾਰੀ ਮਾਇਆ ਕਰਦੀ ਹੈ ਕਿ ਪਸ਼ੂ ਦਾ ਚਿੱਤਰ ਬਣਾ ਤਿਆ, ਕਿ ਪਸ਼ੂ ਜੰਮ ਪਿਆ, ਜਾਂ ਸਰੀਰ ਆਪਣੇ ਚਿੱਤਰ ਨੇ, ਸਰੀਰ ਰੂਪੀ ਚਿੱਤਰ ਬਣੇ ਨੇ, ਇਹਨਾਂ ਤੋਂ ਆਪ ਜੀ ਰਹਿਤ ਹੋ। ਆਕਾਰਾਂ ਦੀ ਚਿੱਤਰਕਾਰੀ ਤੋਂ ਆਪ ਜੀ ਰਹਿਤ ਹੋ। ਆਪ ਜੀ ਚਿਤਰੰ ਬਹੀਨੈ, ਜਿਵੇਂ ਚਿੰਨ੍ਹ ਹੁੰਦੇ ਨੇ, ਕਿਸੇ ਨੇ ਛਾਪ ਪਾ ਲਈ ਜਾਂ ਤਸਵੀਰ ਜਾਂ ਤਿਲਕ ਆਦਿ ਲਾ ਲਿਆ, ਇਹਨਾਂ ਤੋਂ ਆਪ ਜੀ ਰਹਿਤ ਹੋ। ਤੇ ਏਕੈ ਅਧੀਨੈ। ਕਿ ਇੱਕ ਹੈ ਅਧੀਨੈ, ਆਪ ਜੀ ਇੱਕ ਦੇ ਅਧੀਨ ਹੋ। ਉਹ ਕਿਹਦੇ? ਤੂੰ ਭਗਤਾਂ ਕੇ ਵਸ, ਭਗਤਾ ਤਾਣ ਤੇਰਾ। ਆਪ ਜੀ ਭਗਤੀ ਦੇ ਅਧੀਨ ਹੋ। ਭਗਤੀ ਤੋਖਤ ਦੀਨ ਕਿਰਪਾਲਾ, ਗੁਣ ਹੈ ਨਾ ਕਿਤੇ ਹੀ ਹੈ ਭਿੱਗਾ। ਪਿੱਛੇ ਆਇਆ ਸੀ ਨਾ ਕਿ ਆ ਭਿੱਜ ਲੋਕ ਹੈ। ਭਗਤੀ ਤੋਖਤ ਦੀਨ ਕਿਰਪਾਲਾ, ਗੁਣ ਹੈ ਨਾ ਕਿਤੇ ਹੀ ਹੈ ਭਿੱਗਾ। ਆਪ ਜੀ ਭਗਤੀ ਨਾਲ ਭਿੱਜਦੇ ਹੋ। ਭਗਤ ਭਗਤੀ ਕਰਦੇ ਨੇ, ਆਪ ਜੀ ਭਗਤਾਂ ਦੇ ਅਧੀਨ ਹੋ। ਜੋ ਇੱਕ ਰੂਪ ਹੈ, ਜੋ ਇੱਕ ਰੂਪ ਹੀ ਤੈਨੂੰ ਜਾਣਦੇ ਨੇ, ਆਪ ਜੀ ਉਹਨਾਂ ਦੇ ਅਧੀਨ ਹੋ। ਸੱਚੇ ਪਾਤਸ਼ਾਹ ਭਗਤਾਂ ਦੇ ਕਿ ਰੋਜੀ ਰਜਾਕ ਹੈ। ਕਿ ਰੋਜੀ ਰਜਾਕ ਹੈ। ਰਜਾਕ ਹੈ ਭਾਵ ਆਪ ਦੀ ਆਗਿਆ ਵਿੱਚ ਚਲਾਉਣ ਵਾਲੇ ਹੋ। ਕਿ ਰੋਜੀ ਰਜਾਕ ਹੈ, ਰੋਜੀ ਦੇਣ ਵਾਲੇ ਹੋ। ਆਪ ਜੀ ਰਾਜੇ ਹੋ, ਸਾਰਿਆਂ ਨੂੰ ਰੋਜੀ ਦੇਣ ਵਾਲੇ ਹੋ, ਸਾਰਿਆਂ ਨੂੰ ਆਪਣੀ ਰਜਾ ਵਿੱਚ ਚਲਾਉਣ ਵਾਲੇ ਹੋ, ਤੇ ਭੇਦਾਂ ਦੇ ਜਾਣਨ ਵਾਲੇ ਹੋ। ਰਜਾਕ ਹੈ, ਭੇਦਾਂ ਦੇ ਆਪ ਜੀ ਜਾਣਨ ਵਾਲੇ ਹੋ, ਸਾਰਿਆਂ ਦੇ ਭੇਦ ਜਾਣਦੇ ਹੋ। ਕਿ ਰੋਜੀ ਰਜਾਕ ਹੈ, ਰੋਜੀ ਦੇ ਕੇ ਰਜਾਉਣ ਵਾਲੇ ਹੋ। ਇੱਦਾਂ ਨਹੀਂ ਕਿ ਫੋਰਮੈਲਿਟੀ ਜੀ ਪੂਰੀ ਕਰਤੀ ਕਿ ਕਿਸੇ ਨੂੰ ਇੱਕ ਪ੍ਰਸ਼ਾਦਾ ਦੇ ਕੇ ਮੁੜ ਕੇ ਪ੍ਰਸ਼ਾਦਾ ਹੀ ਨਹੀਂ ਪੁੱਛਣਾ, ਮੁੜ ਕੇ ਪ੍ਰਸ਼ਾਦਾ ਹੀ ਨਹੀਂ ਪੁੱਛਿਆ। ਆਪ ਜੀ ਰੋਜੀ ਦੇ ਕੇ ਰਜਾਉਣ ਵਾਲੇ ਹੋ। ਇੱਦਾਂ ਨਹੀਂ ਕਿ ਕਿਸੇ ਨੂੰ ਭੁੱਖੇ ਰੱਖਦੇ ਹੋ, ਰਜਾਉਣ ਵਾਲੇ ਹੋ। ਆਪ ਜੀ ਐਸੇ ਪਰਮਾਤਮਾ ਹੋ। ਆਪ ਜੀ ਨੂੰ ਨਮਸਕਾਰ ਹੈ। ਰਹੀਮੈ ਰਿਹਾਕੈ। ਆਪ ਜੀ ਰਹਿਮ ਦਿਲ ਹੋ। ਰਹਾਕੈ, ਰਿਹਾਈ ਦੇਣ ਵਾਲੇ ਹੋ। ਰੋਗਾਂ ਤੋਂ, ਬੰਧਨਾਂ ਤੋਂ, ਜੇਲਾਂ ਤੋਂ, ਦੁੱਖਾਂ ਤੋਂ ਆਪ ਜੀ ਰਿਹਾਈ ਦੇਣ ਵਾਲੇ ਹੋ। ਜਿਵੇਂ ਬਾਲਾ ਰਾਓ ਤੇ ਰੁਸਤਮ ਰਾਓ ਨੂੰ ਰਿਹਾਈ ਦਿੱਤੀ ਸੀ। ਜਿੱਥੇ ਮਾਤਾ ਭਾਗ ਕੌਰ ਜੀ ਦਾ ਗੁਰਦੁਆਰਾ ਬਣਿਆ ਹੈ ਨਾ, ਜਿੱਥੇ ਮਾਤਾ ਭਾਗ ਕੌਰ ਜੀ ਨੇ ਜੋ ਜਨਵਾੜਾ ਹੈ, ਜਿੱਥੇ ਮਾਤਾ ਜੀ ਨੇ ਸਰੀਰ ਛੱਡਿਆ ਸੀ ਆਪ ਦਾ, ਉੱਥੇ ਇਹਨਾਂ ਦਾ ਕਿਲ੍ਹਾ ਸੀ ਬਾਲਾ ਰਾਓ ਤੇ ਰੁਸਤਮ ਰਾਓ ਦਾ। ਇਹ ਜਦੋਂ ਬਾਲਾ ਰਾਓ ਤੇ ਰੁਸਤਮ ਰਾਓ ਨੂੰ ਜਦੋਂ ਕੈਦ ਕਰ ਲਿਆ ਸੀ, ਤੇ ਸਿੱਖ ਸੁਖਮਨੀ ਸਾਹਿਬ ਦੀ ਗੁਰਬਾਣੀ ਪੜ੍ਹਦਾ ਹੁੰਦਾ ਸੀ, ਸਤਿਗੁਰ ਸਿੱਖ ਕੇ ਬੰਧਨ ਕੱਟੈ। ਕਿ ਮਹਾਰਾਜ ਸਿੱਖਾਂ ਦੇ ਬੰਧਨ ਕੱਟ ਦਿੰਦੇ ਨੇ, ਤੇ ਇਹਨਾਂ ਨੂੰ ਗੁਰਬਾਣੀ ਸੁਣ ਕੇ ਸ਼ਾਂਤੀ ਆਉਂਦੀ ਸੀ ਮਨ ਵਿੱਚ। ਤੇ ਪੁੱਛਣਾ ਕੀਤਾ ਕਿ ਸਤਿਗੁਰੂ ਜੀ ਸਾਡੇ ਵੀ ਬੰਧਨ ਕੱਟ ਦੇਣਗੇ। ਤਾਂ ਉਸ ਸਮੇਂ ਦਸਵੇਂ ਪਾਤਸ਼ਾਹ ਕਲਗੀਧਰ ਪਿਤਾ ਜੀ ਸਰੀਰ ਛੱਡ ਚੁੱਕੇ ਸਨ, ਜੋਤੀ ਜੋ ਸਮਾ ਚੁੱਕੇ ਸਨ। ਜਦੋਂ ਇਹਨਾਂ ਨੇ ਪੰਕਤੀ ਪੜ੍ਹਨੀ ਸ਼ੁਰੂ ਕੀਤੀ, ਸਤਿਗੁਰ ਸਿੱਖ ਕੇ ਬੰਧਨ ਕੱਟੈ,
ਮਹਾਰਾਜ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ ਤਾਂ ਕਲਗੀਧਰ ਪਿਤਾ ਆਕਾਸ਼ ਮਾਰਗ ਰਾਹੀਂ ਘੋੜੇ 'ਤੇ ਚੜ੍ਹ ਕੇ ਆਏ ਸੀ ਅਤੇ ਇਹਨਾਂ ਨੂੰ ਰਿਹਾ ਕਰਵਾਇਆ ਸੀ। ਆਪ ਜੀ ਰਹਿਮ ਦਿਲ ਹੋ, ਬੰਧਨਾਂ ਨੂੰ ਕੱਟਣ ਵਾਲੇ ਹੋ, ਰੋਗਾਂ ਨੂੰ ਕੱਟਣ ਵਾਲੇ ਹੋ। ਜੇ ਪ੍ਰੇਮਾ ਕੁੜੀ ਆਪ ਜੀ ਦੇ ਸ਼ਰਨ ਵਿੱਚ ਆਇਆ ਤਾਂ ਤੀਜੇ ਪਾਤਸ਼ਾਹ ਨੇ ਉਹਦਾ ਰੋਗ ਦੂਰ ਕਰਕੇ ਬ੍ਰਹਮ ਗਿਆਨ ਦੀ ਦਾਤ ਦਿੱਤੀ ਅਤੇ ਕੰਚਨ ਵਰਗਾ ਸਰੀਰ ਬਣਾ ਦਿੱਤਾ। ਰਹੀਮੈ ਰਿਹਾ ਕੈ, ਆਪ ਜੀ ਰਹਿਮ ਦਿਲ ਹੋ, ਰਹਾ ਕੇ ਰਿਹਾਈ ਦੇਣ ਵਾਲੇ ਹੋ। ਰੋਗਾਂ ਤੋਂ ਆਪ ਜੀ ਕੱਟਣ ਵਾਲੇ ਹੋ, ਬੰਧਨਾਂ ਤੋਂ ਆਪ ਜੀ ਕੱਟਣ ਵਾਲੇ ਹੋ। ਜਿਵੇਂ ਮਾਇਆ ਦੇ, ਗਰਭ ਦੇ, ਜਮਾ ਦੇ, ਕਾਮ ਆਦਿਕਾਂ ਦੇ ਬੰਦੀ ਖਾਨੇ ਤੋਂ ਰਿਹਾ ਕਰਾਉਣ ਵਾਲੇ ਹੋ। ਮਹਾਰਾਜ ਗਰਭ ਵਿੱਚ ਫਿਰ ਆਉਣ ਨਹੀਂ ਦਿੰਦੇ, ਇਹ ਬੰਧਨ ਫਿਰ ਕੱਟ ਦਿੰਦੇ ਨੇ। ਐਸੇ ਆਪ ਜੀ ਮਹਾਨ ਹੋ, ਬੰਧਨਾਂ ਤੋਂ ਰਹਿਤ ਆਪ ਜੀ ਕਰਨ ਵਾਲੇ ਹੋ। ਪਾਕ ਬੇਐਬ ਹੈ, ਪਾਕ ਪਵਿੱਤਰ ਸਰੂਪ ਹੋ, ਬੇਐਬ। ਐਬ ਆਪ ਜੀ ਐਬਾਂ ਤੋਂ ਰਹਿਤ ਹੋ, ਬੇਐਬ। ਐਬਾਂ ਤੋਂ ਆਪ ਜੀ ਰਹਿਤ ਹੋ। ਜੋ ਕਾਮ ਆਦਿਕ ਨੇ, ਸ਼ਬਦ ਸਪਰਸ਼ ਨੇ, ਇਹਨਾਂ ਤੋਂ ਆਪ ਜੀ ਰਹਿਤ ਹੋ। ਗੈਬੁਲ ਗੈਬ ਹੈ, ਗੈਬੁਲ ਗੁਪਤ ਤੋਂ ਆਪ ਜੀ ਗੁਪਤ ਸਰੂਪ ਹੋ, ਗੁੱਜਾ ਸਰੂਪ ਹੋ। ਗੁਪਤ ਤੋਂ ਗੁਪਤ ਹੈ ਆਪ ਜੀ, ਛੋਟੇ ਤੋਂ ਛੋਟੇ ਹੋ, ਪਰਮਾਣੂਆਂ ਤੋਂ ਛੋਟੇ ਹੋ। ਜਿਵੇਂ ਪਰਮਾਣੂ ਹੁੰਦੇ ਨੇ, ਬੈਕਟੀਰੀਆ ਹੁੰਦੇ ਨੇ, ਉਹਨਾਂ ਨੂੰ ਖੁਰਦਬੀਨ ਜੋ ਹੁੰਦੀ ਆ ਉਸ ਵਿੱਚੋਂ ਦੇਖਿਆ ਜਾਂਦਾ ਹੈ। ਪਰ ਆਪ ਜੀ ਉਹਨਾਂ ਪਰਮਾਣੂਆਂ ਤੋਂ ਵੀ ਸੂਖਮ ਹੋ। ਪਰਮਾਣੂਆਂ ਨੂੰ ਤਾਂ ਜੋਗੀ ਧਿਆਨ ਲਾ ਕੇ ਦੇਖ ਵੀ ਲੈਂਦੇ ਨੇ, ਪਰ ਆਪ ਜੀ ਧਿਆਨ ਵਿੱਚ ਨਹੀਂ ਆਉਂਦੇ ਕਿ ਗੈਬੁਲ ਗੈਬ ਹੈ, ਗੁਪਤ ਤੋਂ ਵੀ ਗੁਪਤ ਹੋ। ਛੋਟੇ ਪਰਮਾਣੂਆਂ ਨੂੰ ਵਿਗਿਆਨੀ ਖੁਰਦਬੀਨ ਰਾਹੀਂ ਦੇਖ ਲੈਂਦੇ ਨੇ, ਪਰ ਆਪ ਜੀ ਇੰਨੇ ਸੂਖਮ ਹੋ, ਗੁਪਤ ਹੋ ਕਿ ਆਪ ਜੀ ਨੂੰ ਕੋਈ ਦੇਖ ਨਹੀਂ ਸਕਦਾ। ਜਿਵੇਂ ਮਾਈਆਂ ਦੁੱਧ ਚੋਂਦੀਆਂ ਨੇ ਅਤੇ ਦੁੱਧ ਪਿਆ ਹੈ, ਹੁਣ ਕਹੀ ਜਾਵੇ ਦੁੱਧ ਵਿੱਚ ਘਿਓ ਹੈ, ਘਿਓ ਹੈ। ਜਦੋਂ ਤੱਕ ਆਪਾਂ ਸਾਰੀ ਕਿਰਿਆ ਕਰਦੇ ਨੇ ਰਿੜਕਣ ਦੀ ਜਾਂ ਜਾਗ ਲਾਉਣ ਦੀ, ਉਦੋਂ ਤੱਕ ਆਪਾਂ ਨੂੰ ਪਤਾ ਨਹੀਂ ਲੱਗਦਾ, ਕਿਉਂਕਿ ਦੁੱਧ ਹਲੇ ਇੱਦਾਂ ਹੀ ਪਿਆ ਹੈ ਅਤੇ ਜੋ ਘਿਓ ਹੈ ਉਸ ਵਿੱਚ ਗੁਪਤ ਰੂਪ ਵਿੱਚ ਹੈ ਕਿ ਗੈਬੁਲ ਗੈਬ ਹੈ। ਸੱਚੇ ਪਾਤਸ਼ਾਹ ਜੀ ਆਪ ਜੀ ਗੁਪਤ ਤੋਂ ਗੁਪਤ ਹੋ। ਪਰ ਜਿਨ੍ਹਾਂ ਨੇ ਆਪ ਜੀ 'ਤੇ ਸ਼ਰਧਾ ਜਿਨ੍ਹਾਂ ਨੇ ਕੀਤੀ ਹੈ, ਉਹਨਾਂ ਨੂੰ ਫਿਰ ਆਪ ਜਣਾ ਵੀ ਦਿੰਦੇ ਹੋ, ਉਹਨਾਂ ਨੂੰ ਪ੍ਰਗਟ ਵੀ ਹੋ ਜਾਂਦੇ ਹੋ। ਜਿਨ੍ਹਾਂ ਨੇ ਆਪਣੇ ਮਨ ਨੂੰ ਰਿੜਕਿਆ ਹੈ, ਜਿਨ੍ਹਾਂ ਨੇ ਵਿਸ਼ੇ ਰੂਪੀ ਲੱਸੀ ਬਾਹਰ ਕੱਢ ਦਿੱਤੀ, ਜਿਨ੍ਹਾਂ ਨੇ ਆਪਣੇ ਮਨ ਨੂੰ ਰਿੜਕਿਆ ਹੈ, ਉਹਨਾਂ ਨੂੰ ਫਿਰ ਤੁਸੀਂ ਪ੍ਰਤੱਖ ਵੀ ਹੋ ਜਾਂਦੇ ਹੋ। ਕਿਤੇ ਆਪ ਕੇ ਗੈਬੁਲ ਗੈਬ ਹੈ, ਜੋਗੀਆਂ ਦੇ ਧਿਆਨ ਵਿੱਚ ਵੀ ਨਹੀਂ ਆਉਂਦੇ। ਕੋਈ ਸਿੱਧਾ ਆਦਿ ਭਾਲ ਵੀ ਨਹੀਂ ਸਕਦੇ ਆਪ ਜੀ ਨੂੰ ਕਿ ਗੈਬੁਲ ਗੈਬ ਹੈ। ਜਿਵੇਂ ਨਾਨਕ ਮਤੇ ਸਿੱਧਾ ਨਾਲ, ਜਦੋਂ ਸਿੱਧਾ ਨੇ ਕਿਹਾ ਸੀ ਨਾ ਕਿ ਮਹਾਰਾਜ ਤੁਸੀਂ ਆਪਣੀ ਸ਼ਕਤੀ ਦਿਖਾਓ, ਅਸੀਂ ਆਪਣੀ ਸ਼ਕਤੀ ਦਿਖਾਉਂਦੇ ਹਾਂ। ਅਸੀਂ ਲੁਕਦੇ ਹਾਂ, ਤੁਸੀਂ ਸਾਨੂੰ ਲੱਭਿਓ, ਫਿਰ ਤੁਸੀਂ ਲੁਕਿਓ, ਫਿਰ ਅਸੀਂ ਤੁਹਾਨੂੰ ਲੱਭਾਂਗੇ। ਸਿੱਧਾ ਨੇ ਕੀ ਕੀਤਾ, ਕੋਈ ਸੂਖਮ ਰੂਪ ਹੋ ਕੇ, ਕੋਈ ਕਾਰਨ ਦੇ ਬਣ ਕੇ, ਕੋਈ ਪਹਾੜਾਂ ਵਿੱਚ ਲੁਕ ਗਿਆ, ਕੋਈ ਸਾਗਰਾਂ ਵਿੱਚ ਜਾ ਲੁਕਿਆ, ਕੋਈ ਆਕਾਸ਼ ਵੱਲ ਨੂੰ ਉੱਡ ਗਿਆ। ਮਹਾਰਾਜ ਨੇ ਉਨੇ ਹੀ ਰੂਪ ਧਾਰ ਕੇ ਕਿਸੇ ਨੂੰ ਕੇਸਾਂ ਤੋਂ ਫੜ ਕੇ, ਕਿਸੇ ਨੂੰ ਮੁੱਛਾਂ ਤੋਂ ਫੜ ਕੇ, ਕਿਸੇ ਨੂੰ ਧੌਣ ਤੋਂ ਫੜ ਕੇ ਸਾਰਿਆਂ ਨੂੰ ਇਕੱਠੇ ਕਰ ਲਿਆ। ਮਹਾਰਾਜ ਨੇ ਸਾਰਿਆਂ ਨੂੰ ਲੱਭ ਲਿਆਏ। ਜਿੰਨੇ ਸਿੱਧ ਲੁਕੇ ਸੀ ਉਨੇ ਹੀ ਰੂਪ ਮਹਾਰਾਜ ਨੇ ਧਾਰਨ ਕਰ ਲਏ ਕਿ ਗੈਬੁਲ ਗੈਬ ਹੈ। ਸਿੱਧ ਕਹਿਣ ਲੱਗੇ ਕਦੇ ਮਹਾਰਾਜ ਹੁਣ ਤੁਸੀਂ ਲੁਕੋ, ਅਸੀਂ ਤੁਹਾਨੂੰ ਲੱਭਾਂਗੇ। ਮਹਾਰਾਜ ਨੇ ਪਹਿਲੇ ਹੀ ਭਾਈ ਬਾਲਾ ਜੀ ਨੂੰ ਕਹਿ ਦਿੱਤਾ ਸੀ ਅਤੇ ਸਿੱਧਾਂ ਨੂੰ ਕਹਿ ਤਾ ਕਦੇ ਜੇ ਅਸੀਂ ਨਾ ਲੱਭੇ ਤਾਂ ਭਾਈ ਬਾਲੇ ਤੋਂ ਅਰਦਾਸ ਕਰਵਾ ਲਿਓ। ਮਹਾਰਾਜ ਨੇ ਸਾਰੇ ਤੱਤਾਂ ਵਿੱਚ ਆਪਣੇ ਤੱਤ ਮਿਲਾ ਦਿੱਤੇ, ਸਾਰੇ ਤੱਤਾਂ ਵਿੱਚ ਤੱਤ ਮਿਲਾ ਲਏ ਅਤੇ ਸਿੱਧ ਕੋਈ ਪਹਾੜਾਂ ਵਿੱਚ ਕੋਈ ਲੱਭਦਾ ਫਿਰੇ ਕਿ ਸੂਖਮ ਦੇਹ ਕਰਕੇ ਜਾਂ ਕਾਰਨ ਦੇਹ ਕਰਕੇ ਇੱਥੇ ਬੈਠੇ ਹੋਣਗੇ, ਕੋਈ ਕਿਤੇ ਲੱਭਦਾ ਫਿਰੇ, ਕੋਈ ਕਿਤੇ ਲੱਭਦਾ ਫਿਰੇ, ਪਰ ਗੁਰੂ ਨਾਨਕ ਮਹਾਰਾਜ ਨਹੀਂ ਮਿਲੇ ਕਿਤੇ। ਉਹਨਾਂ ਨੂੰ ਗੁਪਤ ਹੋ ਗਏ ਕਿ ਗੈਬੁਲ ਗੈਬ ਹੈ। ਸਿੱਧ ਲੱਭ ਨਹੀਂ ਸਕੇ ਮਹਾਰਾਜ ਨੂੰ। ਫਿਰ ਭਾਈ ਬਾਲੇ ਤੋਂ ਅਰਦਾਸ ਕਰਾਈ,
ਮਹਾਰਾਜ ਕਹਿੰਦੇ ਅਸੀਂ ਤਾਂ ਕਿਤੇ ਗਏ ਨਹੀਂ, ਅਸੀਂ ਇੱਥੇ ਹੀ ਸੀ। ਆਪ ਜੀ ਗੁਪਤ ਤੋਂ ਗੁਪਤ ਰੂਪ ਹੋ, ਕਿਸੇ ਦੇ ਆਪ ਜੀ ਧਿਆਨ ਵਿੱਚ ਵੀ ਨਹੀਂ ਆਉਂਦੇ, ਪਰ ਆਪ ਜੀ ਜੇ ਆਪਣੇ ਭਗਤਾਂ ਨੂੰ ਜਣਾ ਦੇਣ ਤਾਂ ਫਿਰ ਭਾਈ ਗੋਂਦੇ ਵਰਗੇ ਧਿਆਨ ਵਿੱਚ ਆਪ ਜੀ ਦੇ ਚਰਨਾਂ ਨੂੰ ਵੀ ਫੜ ਲੈਂਦੇ ਨੇ, ਚਰਨਾਂ ਦਾ ਵੀ ਧਿਆਨ ਕਰ ਲੈਂਦੇ ਨੇ। ਐਸੇ ਤਰ੍ਹਾਂ ਮਹਾਰਾਜ ਨੇ ਕਿਰਪਾ ਕਰਕੇ 108 ਪੌੜੀਆਂ ਤੱਕ ਜਾਪ ਸਾਹਿਬ ਦੀ ਕਥਾ ਕਰਵਾ ਲਈ ਹੈ। ਸੋ ਅੱਗੇ ਵੀ ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਅਤੇ ਜੋ ਇਹ ਕਥਾ ਜਾਪ ਸਾਹਿਬ ਦੀ ਆਪ ਹੀ ਸੰਪੂਰਨ ਕਰਵਾ ਲੈਣ। ਜੋ ਇਸ ਦੇ ਅਰਥ ਨੇ ਉਹ ਸਾਡੇ ਹਿਰਦੇ ਵਿੱਚ ਵਸ ਜਾਣ, ਗੁਰਬਾਣੀ ਹਿਰਦੇ ਵਿੱਚ ਵਸ ਜਾਵੇ। ਸਤਿਗੁਰਾਂ ਅੱਗੇ ਅਰਦਾਸ ਬੇਨਤੀ ਕਰੀਏ, ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਬਾਣੀ ਵਿਚਾਰ ਕੇ ਉਸ ਦੀ ਕਮਾਈ ਕਰੀਏ, ਐਸੀ ਆਪ ਜੀ ਕਿਰਪਾ ਕਰੋ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਸੀਸੜੀਆਂ, ਜੋ ਹੋਵੈ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।